ਅਸੀਂ ਪਿਛਲੀ ਕਲਾਸ ਵਿੱਚ ਕੱਲ ਕੀਤੇ ਸੀ। ਅੱਜ ਤੀਸਰੇ ਔਰ ਚੌਥੇ ਸਵਈਏ ਦੀ ਵਿਚਾਰ ਅਸੀਂ ਕਰਾਂਗੇ। ਸੋ ਤੀਸਰੇ ਸ਼ਬਦ ਦਾ ਤੀਸਰੇ ਸਵਈਏ ਦਾ ਜੋ ਪਾਠ ਹੈ, ਰੰਚਕ ਰੇਤ ਖੇਤ ਤਨ ਨਿਰਮਿਤ, ਦੁਰਲਭ ਦੇਹ ਸਵਾਰ ਧਰੀ, ਖਾन पान सोधे सुख पुंचत, संकट काट विपत हरी, मात पिता भाई और बंधप, बूझन की सब सूझ परी, वर्धमान होवत दिन प्रत नित, आवत निकट बिखम जरी, रे गुणहीन दीन माया कृम, सिमर स्वामी एक करी, कर गह लेहो कृपाल कृपानिध, ए गुणहीन दीन माया कृम, सिमर स्वामी एक करी, कर गह लियो कृपाल कृपानिध, नानक काट भ्रम भरी। ਜਿਹੜਾ ਪਹਿਲਾ ਸੰਗ੍ਰਹਿ ਸੀ 9 ਸਵਈਆਂ ਦਾ, ਉਹਨਾਂ ਦੇ ਵਿੱਚ ਇੱਕ ਕਾਮਨ ਥੀਮ ਸੀ ਸਾਰਿਆਂ ਸਵਈਆਂ ਦੇ ਅੰਦਰ, ਸਤਿਗੁਰੂ ਮਹਿਮਾ ਦਾ, ਜਿਹਦੇ ਵਿੱਚ ਅਕਾਲ ਪੁਰਖ ਦੇ ਗੁਣਾਂ ਦਾ ਵਰਣਨ ਕਰਕੇ, ਅਕਾਲ ਪੁਰਖ ਦੀ ਸਿਫਤ ਸਲਾਹ ਕਰਕੇ ਤੇ ਗੁਰੂ ਅਰਜਨ ਪਾਤਸ਼ਾਹ ਨੇ ਇਹ ਗੱਲ ਦ੍ਰਿੜ ਕਰਵਾਈ ਕਿ ਗੁਰੂ ਨਾਨਕ ਤੇ ਪਾਰ ਬ੍ਰਹਮ ਦੇ ਵਿੱਚ ਕੋਈ ਭੇਦ ਨਹੀਂ ਹੈ। ਪਾਰ ਬ੍ਰਹਮ ਦਾ ਰੂਪ ਹੀ ਗੁਰੂ ਨਾਨਕ ਹੈ। ਜੋ ਗੁਣ ਪਾਰ ਬ੍ਰਹਮ ਦੇ ਹਨ ਉਹ ਗੁਰੂ ਨਾਨਕ ਦੇ ਵਿੱਚ ਵੀ ਹਨ, ਤੇ ਉਹਨਾਂ ਦੇ ਗੁਣਾਂ ਤੋਂ ਕੇਵਲ ਸਦਕੇ ਹੀ ਜਾਇਆ ਜਾ ਸਕਦਾ ਹੈ। ਉਹਨਾਂ ਦੇ ਗੁਣਾਂ ਦਾ ਵਿਖਿਆਨ ਕਰਨਾ ਸਾਡੇ ਵੱਸ ਦੀ ਗੱਲ ਨਹੀਂ ਹੈ। ਜੋ ਦੂਸਰਾ ਸੰਗ੍ਰਹਿ ਹੈ, ਇਹਦੇ ਅੰਦਰ ਵਿਸ਼ਾ ਡਿਫਰੈਂਟ ਹੋ ਗਿਆ ਹੈ, ਤੇ ਹੁਣ ਇਹਦੇ ਅੰਦਰ ਇਨਸਾਨੀ ਮਨ ਦੀਆਂ ਕਮਜ਼ੋਰੀਆਂ ਦਾ ਬਿਆਨ ਕਰਕੇ ਤੇ ਸਾਨੂੰ ਪ੍ਰੇਰਨਾ ਕੀਤੀ ਗਈ ਹੈ ਕਿ ਮਾਇਆ ਦੇ ਚਸਕਿਆਂ ਦੇ, ਮਾਇਆ ਦੇ ਸਵਾਦਾਂ ਦੇ ਵਿੱਚੋਂ ਆਪਣੇ ਆਪ ਨੂੰ ਕੱਢ ਕੇ ਤੇ ਪਰਮਾਤਮਾ ਦੀ ਬੰਦਗੀ, ਪਰਮਾਤਮਾ ਦੀ ਸਿਫਤ ਸਲਾਹ ਦੇ ਨਾਲ ਮਨ ਨੂੰ ਜੋੜਿਆ ਜਾਵੇ। ਇਹ ਪ੍ਰੇਰਨਾ ਦੇਣ ਵਾਸਤੇ ਗੁਰੂ ਸਾਹਿਬ ਨੇ ਜੋ ਕਵਿਤਾ ਦਾ ਇੱਕ ਪ੍ਰਚਲਿਤ ਨਿਯਮ ਹੈ ਕਿ ਕਵੀ ਨੇ ਜੋ ਗੱਲ ਆਪਣੇ ਸਰੋਤਿਆਂ ਨੂੰ, ਪੜ੍ਹਨ ਵਾਲਿਆਂ ਨੂੰ ਸਮਝਾਣੀ ਹੁੰਦੀ ਹੈ, ਉਸਨੂੰ ਉਹ ਫਸਟ ਪਰਸਨ ਦੇ ਵਿੱਚ ਲੈ ਕੇ ਆਪਣੇ ਉੱਤੇ ਘਟਾ ਕੇ ਪੇਸ਼ ਕਰਦਾ ਹੈ। ਭਾਵੇਂ ਉਹ ਚੀਜ਼ ਉਹਦੇ ਆਪਣੇ ਆਪ ਉੱਤੇ ਐਪਲੀਕੇਬਲ ਨਹੀਂ ਵੀ ਹੁੰਦੀ, ਤਾਂ ਵੀ ਮਨੁੱਖੀ ਸਮਾਜ ਦੀਆਂ ਕਮਜ਼ੋਰੀਆਂ, ਮਨੁੱਖੀ ਸਮਾਜ ਦੀ ਸੁਧਾਰ ਵਾਸਤੇ ਜੋ ਸੁਝਾਅ ਹੁੰਦੇ ਹਨ, ਉਹਨਾਂ ਨੂੰ ਕਵੀ ਆਪਣੇ ਉੱਤੇ ਘਟਾ ਕੇ ਤੇ ਪੇਸ਼ ਕਰਦਾ ਹੈ, ਤਾਂ ਕਿ ਉਸਨੂੰ ਪੜ੍ਹ ਕੇ ਪੜ੍ਹਨ ਵਾਲਾ, ਸੁਣਨ ਵਾਲਾ ਪ੍ਰੇਰਨਾ ਲੈ ਕੇ ਤੇ ਉਹਨਾਂ ਨੂੰ ਅਪਣਾ ਸਕੇ। ਇਹ ਢੰਗ ਗੁਰਬਾਣੀ ਦੇ ਅੰਦਰ ਵੀ ਗੁਰੂ ਸਾਹਿਬਾਨ ਨੇ ਬੜੀ ਵਾਰੀ ਵਰਤਿਆ ਹੈ ਕਿ ਜੋ ਮਨੁੱਖੀ ਮਨ ਦੀਆਂ ਕਮਜ਼ੋਰੀਆਂ ਹਨ, ਉਹਨਾਂ ਨੂੰ ਗੁਰੂ ਸਾਹਿਬ ਨੇ ਫਸਟ ਪਰਸਨ ਦੇ ਵਿੱਚ ਇਵੇਂ ਬਿਆਨ ਕੀਤਾ ਹੈ ਕਿ ਜਿਵੇਂ ਉਹ ਆਪਣੇ ਬਾਰੇ ਗੱਲ ਕਰ ਰਹੇ ਹਨ। ਹਾਲਾਂਕਿ ਗੁਰੂ ਸਾਹਿਬ ਦੇ ਜੀਵਨ ਦੇ ਵਿੱਚ ਉਹ ਕਮਜ਼ੋਰੀਆਂ ਬਿਲਕੁਲ ਹੁੰਦੀਆਂ ਨਹੀਂ ਹਨ। ਉਹਨਾਂ ਦਾ ਆਪਣਾ ਜੀਵਨ ਉੱਚਾ ਸੁੱਚਾ ਪ੍ਰਭੂ ਪਰਮਾਤਮਾ ਦੇ ਨਾਲ ਇਕਮਿਕ ਹੋਇਆ ਉਹਨਾਂ ਦਾ ਜੀਵਨ ਹੁੰਦਾ ਹੈ। ਪਰ ਫਿਰ ਵੀ ਜੋ ਮਨੁੱਖੀ ਸਮਾਜ ਦੇ ਅੰਦਰ ਇਨਸਾਨਾਂ ਦੀਆਂ ਆਮ ਤੌਰ ਤੇ ਜੋ ਕਮਜ਼ੋਰੀਆਂ ਹੁੰਦੀਆਂ ਹਨ, ਗੁਰੂ ਸਾਹਿਬ ਉਹਨਾਂ ਦਾ ਬਿਆਨ ਫਸਟ ਪਰਸਨ ਦੇ ਵਿੱਚ ਕਰਦੇ ਹਨ। ਇਹ ਬਹੁਤੀ ਵਾਰੀ ਗੁਰਬਾਣੀ 'ਚ ਇਹ ਢੰਗ ਅਪਣਾਇਆ ਗਿਆ ਹੈ। ਤਾਂ ਹੁਣ ਇਸ ਸਵਈਏ 'ਚ ਗੁਰੂ ਸਾਹਿਬ ਗੱਲ ਸ਼ੁਰੂ ਕਰ ਰਹੇ ਹਨ। ਰੰਚਕ ਰੇਤ ਖੇਤ ਤਨ ਨਿਰਮਿਤ, ਦੁਰਲਭ ਦੇਹ ਸਵਾਰ ਧਰੀ। ਇਨਸਾਨ ਦਾ ਓਰੀਜਨ ਜਨਮ ਕਿਵੇਂ ਹੁੰਦਾ ਹੈ, ਕੱਲ ਉੱਥੋਂ ਆਰੰਭ ਕੀਤੀ ਗਈ ਹੈ। ਇਹ ਇਸ ਗੱਲ ਨੂੰ ਹੋਰ ਜਗ੍ਹਾ ਵੀ ਗੁਰੂ ਸਾਹਿਬ ਨੇ ਇੱਕ ਜਗ੍ਹਾ ਇਵੇਂ ਬਿਆਨ ਕੀਤਾ ਹੈ, ਜਿਵੇਂ ਸੁਖਮਨੀ ਸਾਹਿਬ ਦੇ ਅੰਦਰ ਕਿ ਰਮਈਆ ਕੇ ਗੁਣ ਚੇਤ ਪ੍ਰਾਣੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ। ਉੱਥੇ ਵੀ ਗੁਰੂ ਸਾਹਿਬ ਇਹ ਕਹਿੰਦੇ ਹਨ ਕਿ ਥੋੜੇ ਜਿਹੀ ਤੂੰ ਸੋਚ ਵਿਚਾਰ ਕਰ ਕਿ ਤੇਰਾ ਆਰੰਭ ਹੋਇਆ ਕਿੱਥੋਂ। ਜਨਮ ਇਨਸਾਨ ਦਾ ਹੁੰਦਾ ਹੈ, 9 ਮਹੀਨੇ ਮਾਤਾ ਦੇ ਗਰਭ ਦੇ ਵਿੱਚ ਰਹਿੰਦਾ ਹੈ। ਉਹ 9 ਮਹੀਨੇ ਜਿਹੜੇ ਉਹਦਾ ਪਾਲਣਾ ਪੋਸ਼ਣਾ ਹੁੰਦੀ ਹੈ, ਉਹਦਾ ਓਰੀਜਨ ਕਿੱਥੋਂ ਹੈ। ਕਿ ਉੱਥੇ ਤੱਕ ਕੋਈ ਬੰਦਾ ਸੋਚੇ ਤਾਂ ਕਈ ਵਾਰੀ ਮਨ ਦੇ ਵਿੱਚ ਵਿਚਾਰ ਆਉਂਦਾ ਹੈ ਕਿ ਵੀ ਦੱਸੋ ਮੂਲ ਜਿਹੜਾ ਸੀਗਾ, ਜੇ ਕਿਧਰੇ ਉਹ ਓਰੀਜਨਲ ਚੀਜ਼ ਸਾਹਮਣੇ ਆ ਜਾਵੇ ਤੇ ਆਮ ਤੌਰ ਤੇ ਅਸੀਂ
उस चीज़ ਨੂੰ ਓਪਨਲੀ ਦੇਖਣਾ ਵੀ ਨਹੀਂ ਚਾਹੁੰਦੇ, ਉਹਦੇ ਬਾਰੇ ਗੱਲ ਵੀ ਨਹੀਂ ਕਰਨੀ ਚਾਹੁੰਦੇ। ਉਸ ਮੂਲ ਤੋਂ ਸਾਡਾ ਆਰੰਭ ਹੁੰਦਾ ਹੈ ਤੇ ਫਿਰ ਪਾਲਣਾ ਹੁੰਦੀ ਹੈ ਮਾਤਾ ਦੇ ਪੇਟ ਦੇ ਅੰਦਰ, ਤੇ ਫਿਰ ਸਾਨੂੰ ਇਹੋ ਜਿਹਾ ਸੋਹਣੀ ਸੁੰਦਰ ਦੇਹੀ ਮਿਲਦੀ ਹੈ। ਇੱਥੇ ਮੈਨੂੰ ਇੱਕ ਕਹਾਣੀ ਵੀ ਯਾਦ ਆ ਗਈ ਕਿ ਇੱਕ ਮਾਂ ਆਪਣੀ ਬੱਚੀ ਨੂੰ ਕਹਿੰਦੀ ਹੈ ਕਿ ਇਹ ਨਾ ਮੈਂ ਤੇਰੇ ਵਾਸਤੇ ਕੇਕ ਬਣਾ ਰਹੀ ਹਾਂ, ਤੇ ਜੇ ਤੂੰ ਦੇਖ ਕਿਹੋ ਜਿਹਾ ਕੇਕ ਹੈ, ਤੈਨੂੰ ਸਵਾਦ ਲੱਗਦਾ ਹੈ, ਖਾ ਕੇ ਵੇਖ। ਉਹ ਕਹਿੰਦੀ ਹਾਂ ਕੇਕ ਬਣਾਇਆ, ਮੈਂ ਜ਼ਰੂਰ ਖਾਵਾਂਗੀ। ਤੇ ਉਹਦੀ ਮਾਂ ਕੀ ਕਰਦੀ ਹੈ ਕਿ ਥੋੜਾ ਜਿਹਾ ਮੈਦਾ, ਥੋੜਾ ਜਿਹਾ ਬਟਰ ਆਇਲ, ਇੱਕ ਦੋ ਅੰਡੇ ਟੁੱਟੇ ਹੋਏ ਤੇ ਥੋੜੀ ਜਿਹੀ ਖੰਡ ਵੱਖਰੀ ਵੱਖਰੀ ਚਾਰ ਜਗ੍ਹਾ ਤੇ ਵੱਖ-ਵੱਖ ਭਾਂਡਿਆਂ ਦੇ ਵਿੱਚ ਰੱਖ ਕੇ, ਤੇ ਉਹਨਾਂ ਸਾਰੇ ਭਾਂਡਿਆਂ ਨੂੰ ਇੱਕ ਟਰੇ ਦੇ ਵਿੱਚ ਰੱਖ ਕੇ, ਤੇ ਉਹਨਾਂ ਦੇ ਅੰਦਰ ਇਹ ਰਾਅ ਮਟੀਰੀਅਲ ਜਿਹੜਾ ਹੈ ਕੇਕ ਬਣਾਉਣ ਵਾਲਾ, ਉਹ ਰੱਖ ਕੇ ਤੇ ਉਹਨੂੰ ਕਹਿੰਦੀ ਹੈ ਲੈ ਕੇਕ ਖਾ ਲੈ। ਉਹਦੀ ਕੁੜੀ ਦੇਖਦੀ ਕਹਿੰਦੀ ਇਹ ਕੀ ਮਜ਼ਾਕ ਹੈ, ਕੇਕ ਹੈ ਕਿੱਥੇ ਹੈ? ਕਹਿੰਦੀ ਕੇਕ ਇਹਨਾਂ ਚੀਜ਼ਾਂ ਤੋਂ ਹੀ ਬਣਦਾ ਹੈ, ਸਿਰਫ ਇੱਕ ਢੰਗ ਤਰੀਕੇ ਦੀ ਲੋੜ ਹੁੰਦੀ ਹੈ, ਇਹੀ ਚੀਜ਼ਾਂ ਤਾਂ ਕੇਕ ਦੇ ਅੰਦਰ ਪੈਂਦੀਆਂ ਹਨ। ਉਹ ਕਹਿੰਦੀ ਹੈ ਜੇ ਕੇਕ ਬਣਿਆ ਥੋੜਾ ਹੈ, ਉਹ ਕਹਿੰਦੀ ਹੈ ਜੇ ਕੇਕ ਬਣਾਉਣ ਵਾਸਤੇ ਜਿਹੜੀ ਬਸ ਮਿਹਨਤ ਕਰਨੀ ਹੈ, ਜਿਹੜੀ ਤਰੀਕਾ ਵਰਤਣਾ ਹੈ, ਉਹੀ ਤਾਂ ਮਿਸਿੰਗ ਹੈ, ਬਾਕੀ ਸਭ ਸਮਾਨ ਤਾਂ ਹੈ ਹੀ। ਉਹ ਕਹਿੰਦੀ ਇਹ ਮੈਂ ਕੱਚੀਆਂ ਚੀਜ਼ਾਂ ਨਹੀਂ ਖਾ ਸਕਦੀ। ਤਾਂ ਕਹਿਣ ਤੋਂ ਭਾਵ ਕੀ ਹੈ ਕਿ ਚਾਹੇ ਓਰੀਜਨ ਦੇ ਅੰਦਰ ਚੀਜ਼ਾਂ ਜਿਹੜੀਆਂ ਹੁੰਦੀਆਂ ਹਨ, ਉਹਨਾਂ ਨੂੰ ਐਜ਼ ਇਟ ਇਜ਼ ਅਸੀਂ ਵਰਤਣਾ ਵੀ ਨਹੀਂ ਚਾਹੁੰਦੇ, ਕਈ ਵਾਰੀ ਦੇਖਣਾ ਵੀ ਨਹੀਂ ਚਾਹੁੰਦੇ, ਪਰ ਉਹਨਾਂ ਦੇ ਵਿੱਚੋਂ ਹੀ ਵਰਤ ਕੇ ਜੋ ਨਵੀਂ ਚੀਜ਼ ਦੀ ਘਾੜਤ ਘੜੀ ਜਾਂਦੀ ਹੈ, ਉਹ ਇੰਨੀ ਖੂਬਸੂਰਤ ਔਰ ਇੰਨੀ ਵਧੀਆ ਹੁੰਦੀ ਹੈ ਕਿ ਵੀ ਅਸੀਂ ਭੁੱਲ ਹੀ ਜਾਂਦੇ ਹਾਂ ਕਿ ਉਹਨਾਂ ਚੀਜ਼ਾਂ ਦੇ ਓਰੀਜਨ ਦੇ ਅੰਦਰ ਕੀ ਚੀਜ਼ਾਂ ਪਈਆਂ ਸਨ। ਤਾਂ ਇਨਸਾਨ ਜੇ ਆਪਣੀ ਹੋਂਦ ਦਾ ਹੀ ਓਰੀਜਨ ਸੋਚੇ ਤਾਂ ਥੋੜਾ ਉਹਨੂੰ ਅਹਿਸਾਸ ਹੋਏਗਾ ਕਿ ਕਿਸ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਮੇਰਾ ਮੂਲ ਕੀ ਸੀਗਾ, ਮੇਰਾ ਓਰੀਜਨ ਕੀ ਸੀਗਾ, ਤੇ ਹੁਣ ਮੇਰੀ ਦਿੱਖ, ਹੁਣ ਮੇਰੀ ਪਰਸਨੈਲਿਟੀ ਕਿਹੋ ਜਿਹੀ ਹੈ। ਤਾਂ ਕੁਝ ਉਸੇ ਤਰ੍ਹਾਂ ਦੀ ਗੱਲ ਨੂੰ ਗੁਰੂ ਸਾਹਿਬ ਇੱਥੇ ਵੀ ਸਮਝਾ ਰਹੇ ਹਨ। ਰੰਚਕ ਰੇਤ ਖੇਤ ਤਨ ਨਿਰਮਤ। ਰੰਚਕ ਦਾ ਮਤਲਬ ਹੁੰਦਾ ਹੈ ਰਤਾ, ਜ਼ਰਾ ਜਿੰਨਾ, ਮਾਮੂਲੀ ਜਿਹਾ। ਰੇਤ ਲਫ਼ਜ਼ ਜਿਹੜਾ ਹੈ ਇਹ ਜਿਸ ਭਾਵ ਅਰਥ ਵਿੱਚ ਵਰਤਿਆ ਗਿਆ ਹੈ ਉਹਦਾ ਅਰਥ ਹੈ ਵੀਰਜ, ਦੀ ਹਿਊਮਨ ਸੀਮਨ, ਜੋ ਓਰੀਜਨ ਹੈ ਇਨਸਾਨ ਦੀ ਹੋਂਦ ਦਾ। ਖੇਤ ਤਨ ਨਿਰਮਤ, ਖੇਤ ਜਿਹੜਾ ਹੈ ਉਹ ਪਲੇਸ ਜਿੱਥੇ ਇਹਨੂੰ ਪਲੇਸ ਕੀਤਾ ਜਾਂਦਾ ਹੈ, ਦੀ ਯੂਟਰਸ ਆਫ ਦੀ ਫੀਮੇਲ। ਤੋ ਮੇਲ ਦਾ ਜੋ ਸੀਮਨ ਹੈ ਉਹ ਯੂਟਰਸ ਦੇ ਵਿੱਚ, ਫੀਮੇਲ ਦੇ ਵਿੱਚ ਪਲੇਸ ਹੁੰਦਾ ਹੈ, ਤੇ ਇਨਸਾਨ ਦੀ ਹੋਂਦ ਜਿਹੜੀ ਹੈ ਉਹਦੀ ਸ਼ੁਰੂਆਤ ਹੁੰਦੀ ਹੈ, ਉਹਦੇ ਸਰੀਰ ਦੀ ਬਣਤਰ ਆਰੰਭ ਹੁੰਦੀ ਹੈ। तो गुरु साहब वो कह रहे हैं कि रंचक रेत खेत तन निर्मित, तेरे शरीर ਦੀ ਜੋ ਡਿਵੈਲਪਮੈਂਟ ਹੈ ਉਹਦਾ ਨਿਰਮਾਣ ਜਿਹੜਾ ਹੈ ਉਹ ਆਰੰਭ ਹੁੰਦਾ ਹੈ ਜਦੋਂ ਇਹ ਪਿਤਾ ਦੇ ਬੀਰਜ ਨੂੰ ਮਾਤਾ ਦੇ ਸਰੀਰ ਦੇ ਅੰਦਰ ਰੱਖਿਆ ਜਾਂਦਾ ਹੈ। ਤੇ ਸੋਚ ਤੇਰੀ ਜਿਹੜੀ ਇਹ ਦੁਰਲਭ ਦੇਹ ਹੈ ਉਹਦੇ ਤੋਂ ਹੀ ਸਵਾਰ ਕੇ ਪਰਮਾਤਮਾ ਨੇ ਬਣਾ ਦਿੱਤੀ ਹੈ। ਉਹ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਵਾਲੀ ਗੱਲ ਜਿਹੜੀ ਹੈ ਇੱਥੋਂ ਸਮਝ ਆ ਜਾਂਦੀ ਹੈ ਕਿ ਕਿਸ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਕਿੱਥੋਂ ਆਰੰਭ ਹੋਇਆ ਸੀਗਾ ਤੇ ਅੰਤ ਨੂੰ ਜਾ ਕੇ ਕੀ ਸ਼ਕਲ ਬਣ ਗਈ, ਕੀ ਉਹਦੀ ਦਿੱਖ ਬਣ ਗਈ। तो ਇਹ ਸਭ ਪਰਮਾਤਮਾ ਦੀ ਹੀ ਬਖਸ਼ਿਸ਼ ਹੈ ਕਿ ਉਹਨੇ ਇਸ ਪ੍ਰੋਸੈਸ ਦੇ ਵਿੱਚ ਕਿੱਥੋਂ ਲੈ ਕੇ ਇਨਸਾਨ ਨੂੰ ਉਹਦੇ ਸਰੀਰ ਨੂੰ ਕਿੱਥੇ ਪਹੁੰਚਾ ਦਿੱਤਾ। ਉਹ ਰੰਚਕ ਰੇਤ ਖੇਤ ਤਨ ਨਿਰਮਿਤ ਦੁਰਲਭ ਦੇਹ ਸਵਾਰ ਤਰੀ, ਉਹ ਦੇਹ ਜਿਹੜੀ ਬੜੀ ਦੁਰਲਭ ਹੈ। ਸਾਡੇ ਸਰੀਰ ਦੀ ਬਣਤਰ ਐਸੀ ਹੈ, ਸਾਰੇ ਅੰਗ ਐਨ ਤਰੀਕੇ ਸਿਰ ਥਾਂ ਟਿਕਾਣੇ ਸਿਰ ਲੱਗੇ ਹੋਏ ਹਨ ਕਿ ਜੇ ਬੰਦਾ ਉਹਨਾਂ ਵਿੱਚੋਂ ਕੁਝ ਵੀ ਗਵਾ ਬੈਠਦਾ ਹੈ ਤੇ ਉਹਦੀ ਰਿਪਲੇਸਮੈਂਟ ਜਿਹੜੀ ਹੈ ਉਹਦੇ ਵਾਸਤੇ ਉਹਨੂੰ ਕਿੰਨਾ ਤਰੱਦਦ, ਕਿੰਨਾ ਹੀ ਖਰਚਾ ਕਰਨਾ ਪੈਂਦਾ ਹੈ। ਇੱਕ ਅੱਖ ਕਿਸੇ ਦੀ ਚਲੀ ਜਾਏ, ਉਹਦੀ ਰਿਪਲੇਸਮੈਂਟ ਵਾਸਤੇ ਬੰਦਾ ਲੱਖੋਂ ਰੁਪਏ ਖਰਚ ਲਵੇ ਤਾਂ ਵੀ ਓਰੀਜਨਲ ਵਰਗੀ ਸ਼ਾਇਦ ਉਹਨੂੰ ਸੇਮ ਨਾ ਮਿਲ ਸਕੇ। ਦੰਦ ਟੁੱਟ ਜਾਂਦੇ ਹਨ, ਉਹ ਦੰਦਾਂ ਦੀ ਰਿਪਲੇਸਮੈਂਟ ਵੀ ਹੈ, ਜੋ ਨਵੇਂ ਦੰਦ ਲਗਵਾਏ ਜਾਂਦੇ ਹਨ ਉਹਦੇ ਤੇ ਵੀ ਲੱਖਾਂ ਤੋਂ ਉੱਪਰ ਖਰਚਾ ਆ ਜਾਂਦਾ ਹੈ। ਇਸੇ ਤਰ੍ਹਾਂ ਹੀ ਸਰੀਰ ਦੇ ਹੋਰ ਵੀ ਅਨੇਕਾਂ ਅੰਗ ਹਨ, ਕਿਸੇ ਦੀ ਕਿਡਨੀ ਫੰਕਸ਼ਨ ਨਾ ਕਰੇ, ਕਿਡਨੀ ਰਿਪਲੇਸਮੈਂਟ ਵਾਸਤੇ ਸੋਚੋ ਕਿੰਨੇ ਪੈਸੇ ਉਹ ਖਰਚਣ ਨੂੰ ਤਿਆਰ ਹੁੰਦਾ ਹੈ। तो ये सब कुछ एक एक अंग की गल सोचनी शुरू करो। किसी को हीयरिंग की प्रॉब्लम हो जाए, किसी को विजन की प्रॉब्लम हो जाए, जर निक्के मोटे कोई भी तकलीफ आ जाए उन्होंने सवारन वास्ते, उन्होंने रिप्लेस करने वास्ते कितना ही भारी खर्चा इंसान को करना पैंदा और कई बारी उसकी रिप्लेसमेंट मिलती भी नहीं है। तो ये दुर्लभ देह है, बड़ी
ਔਖੇ ਤਰੀਕੇ ਨਾਲ, ਮੁਸ਼ਕਲ ਨਾਲ ਇਹ ਸਰੀਰ ਮਿਲਦਾ ਹੈ। ਔਰ ਉਹ ਇਸ ਤਰੀਕੇ ਨਾਲ ਸਵਾਰ ਕੇ ਪਰਮਾਤਮਾ ਨੇ ਸਾਨੂੰ ਬਖਸ਼ਿਸ਼ ਕੀਤਾ ਹੈ, ਜਿਹੜਾ ਇਮੇਜਿਨ ਕਰਨਾ ਵੀ ਮੁਸ਼ਕਲ ਹੈ। ਅੱਗੇ ਗੁਰੂ ਸਾਹਿਬ ਫਰਮਾਉਂਦੇ ਹਨ, ਖਾਨ ਪਾਨ ਸੋਧੇ ਸੁਖ ਪੁੰਚਤ, ਸੰਕਟ ਕਾਟ ਵਿਪਤ ਹਰੀ। ਇਸ ਮੂਲ ਤੋਂ ਇਨਸਾਨ ਦੀ ਦੇਹ ਨੂੰ ਬਣਾ ਕੇ ਪਰਮਾਤਮਾ ਨੇ ਮਾਤਾ ਦੇ ਪੇਟ ਦੇ ਅੰਦਰ ਉਸ ਨੂੰ ਡਿਵੈਲਪ ਕੀਤਾ। ਫਿਰ ਉੱਥੇ ਹੀ ਉਹਦੇ ਖਾਣ ਪਾਣ ਦਾ, ਉਹਦੀ ਖੁਰਾਕ ਦਾ ਇੰਤਜ਼ਾਮ ਵੀ ਕੀਤਾ ਤੇ ਉਹਨਾਂ ਸਾਰੇ ਪਦਾਰਥਾਂ ਦਾ ਉਹਨੂੰ ਸੁੱਖ ਵੀ ਦਿੱਤਾ। ਤੇ ਫਿਰ ਉਸ ਸੰਕਟ ਵਿੱਚੋਂ ਕੱਢ ਕੇ, ਜਿਹੜਾ ਉਹ ਕਸ਼ਟ ਵਾਲਾ ਸਮਾਂ ਸੀਗਾ ਜਦੋਂ ਉਹ ਮਾਤਾ ਦੇ ਪੇਟ ਦੇ ਅੰਦਰ ਪੁੱਠਾ ਲਟਕਿਆ ਹੋਇਆ ਸੀ, ਜੋ ਗਰਭ ਜੋਨੀ ਹੈ, ਜੋ ਉਹਦੇ ਜੋ 9 ਮਹੀਨੇ ਦਾ ਸਮਾਂ ਉਹਦੇ ਵਿੱਚ ਬਿਤਾਉਂਦਾ ਹੈ, ਉਸ ਕਸ਼ਟ ਤੋਂ ਉਸ ਬੱਚੇ ਨੂੰ ਫਿਰ ਆਜ਼ਾਦ ਕੀਤਾ। ਉਹਦੀ ਉਹ ਵਿਪਤ, ਉਹਦੀ ਉਹ ਮੁਸ਼ਕਲ ਜਿਹੜੀ ਹੈ ਉਹ ਦੂਰ ਕੀਤੀ। ਖਾਨ ਪਾਨ ਸੋਧੇ ਸੁਖ ਪੁੰਚਤ, ਉਹ ਸਾਰੇ ਸੁੱਖ ਮਾਣਨ ਵਾਸਤੇ ਵੀ ਦਿੱਤੇ, ਖਾਣ ਪੀਣ ਦਾ ਇੰਤਜ਼ਾਮ ਵੀ ਕੀਤਾ ਤੇ ਉਸ ਨੂੰ ਮਾਤਾ ਦੇ ਗਰਭ ਦੇ ਵਿੱਚੋਂ ਜੋ ਉਹ ਸੰਕਟ ਵਾਲਾ ਸਮਾਂ ਸੀ ਉਹਦੇ ਵਿੱਚੋਂ ਬਚਾ ਕੇ ਉਹਦੀ ਇਸ ਮੁਸ਼ਕਲ ਨੂੰ ਦੂਰ ਕੀਤਾ। ਹਰੀ ਦਾ ਮਤਲਬ ਇੱਥੇ ਹੈ ਦੂਰ ਕਰਨਾ, ਹਰ ਲੈਣਾ, ਵਿਪਤ ਨੂੰ ਹਰ ਲੈਣਾ, ਵਿਪਤਾ ਨੂੰ ਦੂਰ ਕਰ ਦੇਣਾ, ਖਤਮ ਕਰ ਦੇਣਾ। ਤੋ ਸੰਕਟ ਨੂੰ ਕੱਟ ਕੇ ਉਹਦੀ ਵਿਪਤਾ ਨੂੰ ਦੂਰ ਕੀਤਾ ਤੇ ਉਹਨੂੰ ਇਨਸਾਨੀ ਰੂਪ ਦੇ ਅੰਦਰ ਜਨਮ ਦੇ ਦਿੱਤਾ। ਇਹ ਸਭ ਪਰਮਾਤਮਾ ਦੇ ਬਣਾਏ ਹੋਏ ਨਿਯਮ ਔਰ ਦੀ ਮਰਿਆਦਾ ਦੇ ਅਨੁਕੂਲ ਹੀ ਇਹ ਸਭ ਕੁਝ ਵਾਪਰਦਾ ਹੈ। ਅੱਗੇ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਫਿਰ ਜਦੋਂ ਜਨਮ ਹੋ ਜਾਂਦਾ ਹੈ, ਮਾਤ ਪਿਤਾ ਭਾਈ ਔਰ ਬੰਧਪ ਬੂਝਣ ਕੀ ਸਭ ਸੂਝ ਪਰੀ। ਹੁਣ ਜਦੋਂ ਬੱਚੇ ਦਾ ਜਨਮ ਹੁੰਦਾ ਹੈ, ਗ੍ਰੈਜੂਅਲੀ ਉਹਦੀ ਗਰੋਥ ਸ਼ੁਰੂ ਹੁੰਦੀ ਹੈ, तो पहले प्यार लगा थन दुध, दूजे माए बाप की सुध। तो सब तो पहले बच्चे ਨੂੰ केवल माता ਦੇ ਦੁੱਧ ਦੇ ਨਾਲ ਹੀ ਸੰਪਰਕ ਹੁੰਦਾ ਹੈ, ਸੰਬੰਧ ਹੁੰਦਾ ਹੈ ਤੇ ਉਹਨੂੰ ਉਹ ਸੋਝੀ ਮਿਲਦੀ ਹੈ। ਉਸ ਤੋਂ ਬਾਅਦ ਥੋੜਾ ਜਿਹਾ ਉਹਦੀ ਗਰੋਥ ਹੁੰਦੀ ਹੈ, ਫਿਰ ਉਹਨੂੰ ਮਾਤਾ ਔਰ ਪਿਤਾ ਦੇ ਨਾਲ ਸੰਬੰਧ ਉਹਦਾ ਜੁੜਦਾ ਹੈ। तो गुरु साहब ने अलग जगह ਤੇ ਬਾਣੀ ਦੇ ਵਿੱਚ ਇਸ ਤਰੀਕੇ ਦਾ ਵੀ ਬਿਆਨ ਕੀਤਾ ਹੈ। ਪਹਿਲੇ ਪਿਆਰ ਲੱਗਾ ਥਨ ਦੁੱਧ, ਦੂਜੇ ਮਾਏ ਬਾਪ ਕੀ ਸੁਧ, ਤੀਜੇ ਭਈਆ ਭਾਬੀ ਬੇਬ, ਚੌਥੇ ਪਿਆਰ ਉਪੰਨੀ ਖੇਡ। ਤੋ ਇਸ ਤਰੀਕੇ ਦੇ ਨਾਲ ਜਿਉਂ-ਜਿਉਂ ਹੌਲੀ-ਹੌਲੀ ਗਰੋਥ ਹੁੰਦੀ ਹੈ ਤਾਂ ਉਹਦੀ ਸੂਝ-ਬੂਝ ਦਾ, ਉਹਦੇ ਜਾਣ ਪਛਾਣ ਦਾ ਘੇਰਾ ਵੱਧਦਾ ਜਾਂਦਾ ਹੈ ਤੇ ਉਹ ਹੋਰ ਉਹਦੇ ਜੀਵਨ ਦੇ ਅੰਦਰ ਵਿਕਾਸ ਹੁੰਦਾ ਹੈ। ਤੋ ਇੱਥੇ ਮਾਤਾ ਪਿਤਾ ਭਾਈ ਬੰਧਪ ਰਿਸ਼ਤੇਦਾਰਾਂ ਦੀ ਗੱਲ ਗੁਰੂ ਸਾਹਿਬ ਨੇ ਕੀਤੀ ਹੈ। ਮਾਤ ਪਿਤਾ ਭਾਈ ਭਰਾ ਔਰ ਬੰਧਪ ਜਿਹੜੇ ਸਾਕ ਸੰਬੰਧੀ ਰਿਸ਼ਤੇਦਾਰ, ਬੂਝਣ ਕੀ ਸਭ ਸੂਝ ਪਰੀ, ਉਹਨਾਂ ਨੂੰ ਪਛਾਣਨ ਦੀ ਸੋਝੀ ਉਸ ਬੱਚੇ ਦੇ ਵਿੱਚ ਸਹਿਜੇ ਸਹਿਜੇ ਆਉਂਦੀ ਹੈ। ਤੋ ਇਹ ਸਭ ਵੀ ਪਰਮਾਤਮਾ ਦੇ ਬਣਾਏ ਹੋਏ ਸਿਸਟਮ ਦੇ ਅਧੀਨ ਹੀ, ਉਹਦੇ ਬਣਾਏ ਹੋਏ ਨਿਯਮ ਦੇ ਅਧੀਨ, ਉਹਦੇ ਹੁਕਮ ਦੀ ਖੇਡ ਦੇ ਅੰਦਰ ਹੀ ਇਹ ਸਭ ਕੁਝ ਹੁੰਦਾ ਹੈ। ਫਿਰ ਅੱਗੇ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਵਰਤਮਾਨ ਹੋਵਤ ਦਿਨ ਪ੍ਰਤ ਨਿਤ, ਆਵਤ ਨਿਕਟ ਬਿਖਮ ਜਰੀ। ਫਿਰ ਹੌਲੀ ਹੌਲੀ ਕੀ ਹੈ ਕਿ ਉਹਦੇ ਅੰਦਰ ਗਰੋਥ ਹੁੰਦੀ ਰਹਿੰਦੀ ਹੈ, ਉਹ ਵੱਧਦਾ ਹੈ, ਵੱਧਦਾ ਫੁੱਲਦਾ ਹੈ, ਜਵਾਨੀ ਵਾਲੇ ਪਾਸੇ ਪੈਰ ਧਰਦਾ ਹੈ। ਪ੍ਰਤੀ ਦਿਨ, ਦਿਨ ਪ੍ਰਤ ਤੇ ਨਿਤ। ਦਿਨ ਪ੍ਰਤ ਦਾ ਮਤਲਬ ਹੈ ਪ੍ਰਤੀ ਦਿਨ, ਰੋਜ਼, ਤੇ ਨਿਤ ਦਾ ਮਤਲਬ ਹੀ ਹੈ ਰੋਜ਼ ਹੀ, ਹਮੇਸ਼ਾ। ਉਹ ਐਕਚੁਅਲੀ ਇਹਦਾ ਜਿਹੜਾ ਵਿਸ਼ਰਾਮ ਹੈ ਮੇਰੇ ਖਿਆਲ ਇਸ ਤਰ੍ਹਾਂ ਹੋਣਾ ਚਾਹੀਦਾ ਹੈ, ਵਰਤਮਾਨ ਹੋਵਤ ਦਿਨ ਪ੍ਰਤ ਨਿਤ ਆਵਤ ਨਿਕਟ ਬਿਖਮ ਜਰੀ। ਤਾਂ ਉਹਦੇ ਨਾਲ ਅਰਥ ਇਸ ਤਰ੍ਹਾਂ ਬਣਨਗੇ ਕਿ ਪ੍ਰਤੀ ਦਿਨ ਉਹ ਵੱਡਾ ਹੁੰਦਾ ਹੈ ਤੇ ਫਿਰ ਹਮੇਸ਼ਾ ਹੀ ਉਹ ਵੱਧਦਾ ਹੈ ਬੁਢੇਪੇ ਵਾਲੇ ਪਾਸੇ। ਨਿਤ ਆਵਤ ਨਿਕਟ, ਨਿਕਟ ਮੈਨੇ ਨੇੜੇ, ਬਿਖਮ, ਬਿਖਮ ਦਾ ਮਤਲਬ ਹੁੰਦਾ ਔਖਾ, ਔਖਾ ਸਮਾਂ, ਤੇ ਜਰੀ ਦਾ ਮਤਲਬ ਹੈ ਬੁਢੇਪਾ। ਉਹ ਪ੍ਰਤੀ ਦਿਨ ਬੱਚਾ ਵੱਡਾ ਹੁੰਦਾ ਹੈ, ਚਾਹੇ ਉਹ ਐਡੋਲੈਸੈਂਸ ਵੱਲ ਜਾਂਦਾ ਹੈ, ਫਿਰ ਜਵਾਨੀ ਵੱਲ ਚੱਲਦਾ ਹੈ, ਪਰ ਜਿਉਂ-ਜਿਉਂ ਉਹਦਾ ਸਮਾਂ ਜੀਵਨ ਦਾ ਵੱਧਦਾ ਜਾਂਦਾ ਹੈ ਤਾਂ ਉਹ ਬੁਢੇਪੇ ਵਾਲੇ ਪਾਸੇ ਨੂੰ ਅੱਗੇ ਵੱਧਦਾ ਜਾਂਦਾ ਹੈ ਤੇ ਜੋ ਬੁਢੇਪੇ ਦਾ ਜੋ ਔਖਾ ਸਮਾਂ ਹੈ ਉਹ ਨੇੜੇ ਆਉਂਦਾ ਜਾਂਦਾ ਹੈ। तो ये मनुखी जीवन की जो ओरिजिन है और जो ਉਹਦੀ ग्रोथ है बचपन तो लैके फिर जवानी तक और फिर बुढ़ेपे वाले पासे जो ਉਹਦੀ ग्रोथ है ਉਹਦਾ ਵਰਣਨ ਕਰਕੇ ਫਿਰ
ਗੁਰੂ ਸਾਹਿਬ ਅੱਗੋਂ ਜਿਹੜੀ ਚੇਤਾਵਨੀ ਹੈ ਉਹ ਅਗਲੀ ਪੰਕਤੀ 'ਚ ਦਿੰਦੇ ਹਨ। ਰੇ ਗੁਣਹੀਨ ਦੀਨ ਮਾਇਆ ਕ੍ਰਿਮ ਸਿਮਰ ਸੁਆਮੀ ਏਕ ਕਰੀ। ਇਹ ਗੁਨਾ ਤੋਂ ਸਖਨੇ, ਰੇ ਗੁਣਹੀਨ, ਗੁਣਹੀਨ, ਹੀਨ मतलब विदाउट, गुना तो बगैर, गुना तो सखने, जिदे अंदर कोई गुण नहीं है। दीन, दीन का अर्थ होता है कंगाल। माया क्रिम, क्रिम कहते हैं कीड़े नूं, तो माया क्रिम माया का कीड़ा, वो कीड़ा जिहड़ा माया दे विच ही खचत रहिंदा है। गुरबाणी दे अंदर ये लफज अनेकों बार इस्तेमाल होया है। जदों इंसान की माया दे विच खचत रहन की जिहड़ी बिरती है, उस अवस्था नूं विष्ठा के कीड़े दे नाल तुलना दिती गई है। विष्ठा दे अंदर जिहड़े कीड़े हुंदे हन ना, ਉਹ ਉੱਥੇ ਵਿਸ਼ਟਾ ਵਿੱਚ ਹੀ जन्म ਲੈਂਦੇ ਹਨ, ਉੱਥੇ ਹੀ ਆਪਣਾ ਜੀਵਨ ਬਿਤਾਉਂਦੇ ਹਨ, ਉੱਥੇ ਹੀ ਵਿੱਚ ਹੀ ਮਰ ਜਾਂਦੇ ਹਨ। ਉਹਨਾਂ ਨੂੰ ਉਸ ਗੰਦਗੀ ਦੇ ਵਿੱਚੋਂ ਬਾਹਰ ਨਿਕਲਣ ਦਾ ਖਿਆਲ ਹੀ ਨਹੀਂ ਆਉਂਦਾ ਕਿ ਬਈ ਇਸ ਵਿਸ਼ਟਾ ਵਾਲੇ ਗੰਦਗੀ ਦੇ ਮਾਹੌਲ ਤੋਂ ਨਿਕਲ ਕੇ ਕਿਤੇ ਹੋਰ ਵੀ ਦੇਖੋ ਸ਼ਾਇਦ ਕੁਝ ਵਧੀਆ ਚੀਜ਼ ਨਜ਼ਰ ਆ ਜਾਵੇ। ਉਹ ਉੱਥੇ ਹੀ ਜੰਮਦੇ ਹਨ, ਉੱਥੇ ਹੀ ਸਾਰੀ ਉਮਰ ਆਪਣੀ ਬਿਤਾਉਂਦੇ ਹਨ ਤੇ ਉਹ ਕੀੜੇ ਉਸੇ ਵਿਸ਼ਟਾ ਦੇ ਅੰਦਰ ਹੀ ਮਰ ਜਾਂਦੇ ਹਨ। तो गुरु साहब ने इंसान की जो माया दे विच खचत रहन की जो बिरती है, उसकी तुलना की है विष्ठा के कीड़े के नाल। उसे वर्गी ही शब्दावली इत्थे भी वरती है, माया क्रिम, माया का कीड़ा। किस करके आख्या कीड़ा कि जिवें विष्ठा का कीड़ा विष्ठा विच जन्म लैके सारा समा विष्ठा च बिता के उत्थे ही खचत होकर मर जाता है, तिवें ही इंसान जो अपने जन्म तो ही माया के स्वादां दे विच खचत हुंदा है। सारी जिंदगी सारा समा अपना माया इकट्ठी करन, माया के स्वाद मानन दे विच ही अपनी सारी अटेंशन लगाई रखता है, सारे एफर्ट भी माया के खातर ही करता है, ते इसे आखिर दे विच ही मर जाता है। ते सारी जिंदगी उन्होंने होश ही नहीं आती, सोच ही नहीं आती कि इस माया तो निकल के जीवन का मुख मकसद सीगा, कोई उचेरा मकसद सी इंसानी जन्म मिलन का, ये जो मनुखा जन्म मिलिया सी उसदे जो वजह सी मिलन दी, जो परपस सी इंसानी जीवन मिलन का, उस बारे उसका ध्यान ही नहीं जाता। तो ये चेतावनी रूप में गुरु साहब इत्थे झंझोड़न वास्ते सानू ये शब्दावली वरतते हैं। रे गुणहीन दीन माया कृ सिमर स्वामी एक करी। ये गुना तो सखने कंगाल माया के कीड़े, एक घड़ी तो उस मालक नूं चेते कर जिन्हें तेनू सुंदर देही दिती, जिन्हें तेनू किस मूल तो किस अवस्था तक पहुंचाया। थोड़ा सोच विचार कर ते उस मालक नूं एक घड़ी थोड़ा जिहा समा तां घट्टो घट्ट उहनूं याद कर लै, चेते कर लै। ते सवैये दी अंतली पंक्ति दे अंदर फिर सानू अरदास करन दी जाच सिखांदे हन कि तेरे अपने वस दा तां है नहीं है कि तेनू माया तो उच्चे उठन दी सोझी मिले, तू माया नूं छड्ड के ਇਹਦੇ ਵਿੱਚੋਂ ਨਿਕਲ सके। ਤਾਂ ਇਸ ਲਈ ਉਸ परमात्मा अगे ही बेनती कर। ਤੇ गुरु साहब कहते हैं कर गह लेहो कृपाल कृपा निध नानक काट भरम भरी। कर कहते हैं हथ नूं, हे प्रभु जीओ मेरे हाथ फड़ के, गह का मतलब है पकड़ना, कर गह लियो मैनू हाथ फड़ के फड़ लो। हे कृपाल कृपा निध, कृपाल का अर्थ है कृपा जमा आले, कृपा का घर, ते कृपा निधि का मतलब है कृपा का खजाना। हे कृपा दे मालक, हे कृपा दे खजाने, तेरे अगे मेरी बेनती है कि मेरे हाथ फड़ के नानक काट भरम भरी, मेरे सिर दे उत्ते जो मैं भरमा दी भरी, भरमा दी पंड चुकी हुई है। भरी कहते हैं पंड नूं, भरना वैसे ਅਸੀਂ ਫਿਲਿੰਗ ਨੂੰ ਦੇ ਸੈਂਸ ਵਿੱਚ ਵੀ ਵਰਤਦੇ ਹਾਂ, ਪਰ ਪੁਰਾਣੀ ਪੰਜਾਬੀ ਦੇ ਅੰਦਰ ਔਰ ਅੱਜ ਕੱਲ੍ਹ ਵੀ ਪਿੰਡਾਂ ਦੇ ਵਿੱਚ ਇਹ ਭਰੀ ਲਫ਼ਜ਼ ਜਿਹੜਾ ਹੈ ਪੰਡ ਵਾਸਤੇ ਵਰਤਿਆ ਜਾਂਦਾ ਹੈ। ਕਿਸੇ ਮੰਨ ਲਓ ਤੂੜੀ ਦੀ ਜਾਂ ਕੋਈ ਚੀਜ਼ ਜਿਹੜੀ ਉਹਨੂੰ ਇੱਕ ਪੰਡ ਬਣਾ ਕੇ ਕੱਪੜੇ ਦੇ ਅੰਦਰ ਲਪੇਟ ਕੇ ਉਹਨੂੰ ਸਿਰ ਦੇ ਉੱਤੇ ਰੱਖਿਆ ਜਾਵੇ ਤਾਂ ਉਹਨੂੰ ਕਹਿੰਦੇ ਸਿਰ ਤੇ ਭਰੀ ਚੁੱਕੀ ਹੋਈ ਹੈ। ਤਾਂ ਅਸੀਂ ਇਨਸਾਨਾਂ ਨੇ ਵੀ ਮਾਇਆ ਦੇ ਇਸ ਭਰਮ ਦੀ ਭਰੀ ਨੂੰ ਆਪਣੇ ਸਿਰ ਤੇ ਚੁੱਕਿਆ ਹੋਇਆ ਹੈ ਕਿ ਮਾਇਆ ਇਕੱਠੀ ਕਰਾਂਗੇ ਤੇ ਜੀਵਨ ਸੁਖਮਈ ਹੋਏਗਾ, ਸਾਡਾ ਜੀਵਨ ਸਫਲ ਹੋ ਜਾਏਗਾ ਜੇ ਅਸੀਂ ਮਾਇਆ ਬਹੁਤ ਇਕੱਠੀ ਕਰ ਲਵਾਂਗੇ। ਇਹ ਭਰਮ ਅਸੀਂ ਇਸ ਭਰਮ ਦੀ ਭਰੀ ਨੂੰ ਅਸੀਂ ਸਿਰ ਤੇ ਚੁੱਕਿਆ ਹੋਇਆ ਹੈ। ਤਾਂ ਗੁਰੂ ਸਾਹਿਬ ਸਾਨੂੰ ਜਾਚ ਸਿਖਾ ਰਹੇ ਹਨ ਕਿ ਇਸ ਭਰਮ ਦੀ ਭਰੀ ਤੋਂ ਛੁਟਕਾਰਾ ਪਾਉਣ ਵਾਸਤੇ
तेरा अपने वस की गल तो है नहीं कि तू इस भरम नूं सिर तो सुट सके। तो परमात्मा दे अगे ही हथ जोड़ के बेनती कर कि हे कृपालु, हे कृपा दे खजाने, मेरे हथ फड़ के ते मैनू आप तुसी इस माया दे जाल दे विचों कढ लवो ते मेरे दे सिर दे उत्ते जिहड़ी मैं भरम दी पंड चुकी हुई है ਉਹਨੂੰ ਉਹਦੇ ਤੋਂ ਮੇਰਾ ਛੁਟਕਾਰਾ ਕਰਾ ਦਿਓ, ਮੈਨੂੰ ਮੇਰੇ ਸਿਰ ਤੋਂ ਇਹ ਪੰਡ ਉਤਾਰ ਦਿਓ। ਉਹ ਇਸ ਸਵਈਏ ਦੇ ਅੰਦਰ ਗੁਰੂ ਸਾਹਿਬ ਨੇ ਇਨਸਾਨੀ ਮੂਲ ਦੀ ਗੱਲ ਕਰਕੇ ਕਿ ਇਨਸਾਨ ਦਾ ਜਨਮ ਕਿਵੇਂ ਆਰੰਭ ਹੁੰਦਾ ਹੈ, ਕਿਵੇਂ ਕਿਸ ਮੂਲ ਤੋਂ ਕਿਸ ਸ਼ਕਲ ਤੱਕ ਇਨਸਾਨ ਪਹੁੰਚਦਾ ਹੈ, ਕਿਵੇਂ ਉਹਦੀ ਗਰੋਥ ਹੁੰਦੀ ਹੈ, ਉਹਨੂੰ ਆਪਣੇ ਖਾਣ ਪਾਣ ਦੀ ਸੋਝੀ ਮਿਲਦੀ ਹੈ, ਮਾਤਾ ਪਿਤਾ ਸਾਕ ਸੰਬੰਧੀਆਂ ਦੀ ਸੋਝੀ ਮਿਲਦੀ ਹੈ, ਫਿਰ ਜਵਾਨੀ ਦਾ ਸਮਾਂ ਆਉਂਦਾ ਹੈ ਤੇ ਫਿਰ ਬੁਢੇਪੇ ਵੱਲ ਨੂੰ ਅੱਗੇ ਵੱਧਦਾ ਹੈ। ਪਰ ਸਾਰੀ ਜ਼ਿੰਦਗੀ ਉਹ ਖਚਤ ਰਹਿੰਦਾ ਹੈ ਮਾਇਆ ਦੇ ਅੰਦਰ ਹੀ। ਉਹਨੂੰ ਇਹ ਹੋਸ਼ ਹੀ ਨਹੀਂ ਆਉਂਦੀ ਕਿ ਜਨਮ ਮੈਨੂੰ ਮਿਲਿਆ ਸੀ ਪਰਮਾਤਮਾ ਦੇ ਨਾਲ ਅਭੇਦ ਹੋਣ ਵਾਸਤੇ। तो इस ਜ਼ਿੰਮੇਵਾਰੀ ਦੀ ਚੇਤਨਾ ਦੇਣ ਵਾਸਤੇ ਗੁਰੂ ਸਾਹਿਬ ਝੰਜੋੜਦੇ ਹਨ, ਸਾਨੂੰ ਇੱਕ ਚੇਤਾਵਨੀ ਦੇ ਰਹੇ ਹਨ ਕਿ ਥੋੜਾ ਸੁਚੇਤ ਹੋ ਜਾ। ਜੇ ਤੇਰੇ ਆਪਣੇ ਵੱਸ ਦੀ ਗੱਲ ਨਹੀਂ ਹੈ ਤਾਂ ਉਸ ਪ੍ਰਭੂ ਪਰਮਾਤਮਾ ਦੇ ਅੱਗੇ ਹੀ ਬੇਨਤੀ ਕਰ, ਉਹਦੀ ਸ਼ਰਨ ਚ ਪੈ ਕਿ ਪਰਮਾਤਮਾ ਤੇਰੇ ਤੇ ਕਿਰਪਾ ਕਰਕੇ ਤੇਰੇ ਸਿਰ ਤੋਂ ਇਹ ਜੋ ਭਰਮ ਹੈ, ਇਹ ਜੋ ਭੁਲੇਖਾ ਹੈ ਤੈਨੂੰ ਕਿ ਮਾਇਆ ਦੇ ਵਿੱਚੋਂ ਹੀ ਸੁੱਖ ਪ੍ਰਾਪਤ ਹੁੰਦੇ ਹਨ, ਇਸ ਭੁਲੇਖੇ ਤੋਂ ਤੇਰੀ ਛੁਟਕਾਰਾ ਕਰਵਾ ਸਕੇ, ਤੇਰੇ ਸਿਰ ਤੋਂ ਇਹ ਭਰਮ ਦੀ ਭੁਲੇਖੇ ਦੀ ਪੰਡ ਨੂੰ ਲਾ ਦੇਵੇ। ਤੋ ਇਹ ਬੇਨਤੀ ਕਰਨ ਦੇ ਜੋ ਚੱਜ ਹੈ, ਜੋ ਜਾਚ ਹੈ, ਉਹ ਗੁਰੂ ਮਹਾਰਾਜ ਨੇ ਇਸ ਸਵਈਏ ਦੇ ਅੰਦਰ ਸਾਨੂੰ ਸਿਖਾਈ ਹੈ। ਹੁਣ ਇਸ ਤੋਂ ਅਗਲੇ ਸਵਈਏ ਦੀ ਗੱਲ ਕਰੀਏ, ਉਹਦੇ ਅੰਦਰ ਵੀ ਸੇਮ ਹੀ ਵਿਸ਼ਾ ਤਕਰੀਬਨ ਹੈ। ਉੱਥੇ ਵੀ ਥੋੜਾ ਝੰਜੋੜਨ ਵਾਲਾ ਕੰਮ ਹੀ ਗੁਰੂ ਸਾਹਿਬ ਨੇ ਕੀਤਾ ਹੈ। ਰੇ ਮਨ ਮੂਸ ਬਿਲਾ ਮੈਂ ਗਰਬਤ करतब करत महामुग्न। रे मन मूस बिला में गर्भत करतब करत महामुग्न। मेरे ख्याल तुहाडे स्क्रीन तो शायद एक स्लाइड मिस हो गई है, तो मैं पढ़ रहा हाँ, जे तुहानूं लभ जांदी है तो ऐड कर दिओ, नहीं तो मैं पढ़ के सुना रहा हूँ। तो दूजे जिहड़ा सवैया नंबर 4 है, ये आरंभ हुंदा है रे मन मूस बिला मैं गर्भत करतब करत महामुग्ना। संपत दोल झोल संग झूलत माया मगन प्रमत कुगना। सुत बनिता साजन सुख बंधप तास्यो मोह बढ़ियो सो घना। बोयो बीज अहं मम अंकुर बीतत औद करत अगना। मृत मंजार पसार मुख निरखत उंचत भुगत उखना। सिमर गोपाल दयाल सत संगत नानक जग जानत सुपना। तो हुणे मेरे ख्याल है ठीक करके ते चरणजीत सिंह जी नूं स्क्रीन ते ले आएंगे। तो इस सवैया नंबर 4 की जो पहली पंक्ति है, गुरु साहब मन नूं संबोधन करके गल करते हैं। रे मन मूस बिला मैं गर्भत। मूस कहते हैं चूहे नूं, ते बिल चूहे दी बिल, चूहे दी खुड। गर्भत, गर्भत का मतलब हुंदा है गर्भ तो बनिया, गर्भ करना, हंकार करना। करतब करत महामुग्न, करतब कर्तव्य काम करना ही ਕੰਮ करदा है तू महामुग्ना। मुगना का अर्थ हुंदा है मूर्ख। संपत दोल झोल संग झूलत। हाँ जी, लाइन सामने आ गई। तो रे मन मूस, मूस मैंने चूहा, बिला चूहे दी बिल या खुड, गर्भत हंकार करना, करतब कम, करत कम करदिया करना, कम करने, महा मैंने वड्डे, मुगना मूर्ख। संपत, संपत का अर्थ है संपत्ति, धन पदार्थ, प्रॉपर्टी वगैरह। दोल का अर्थ है पींग, पंगूड़ा या पींग। झोल जिहड़े झूला दिता जाता है, झोल संग झूलत झूलना। माया मगन प्रमत कुगना। मगन का मतलब है मस्त रहना, प्रमत मैंने भटकना,
ਤੇ ਘੁੱਗਣਾ ਦਾ ਅਰਥ ਹੈ, ਘੁੱਗੂ ਤੋਂ ਲਫ਼ਜ਼ ਬਣਿਆ ਹੈ ਜਿਹਦਾ ਅਰਥ ਹੈ ਉੱਲੂ। तो बड़े सुंदर सॉफ्ट शब्द आए ने सारी पंक्तियां के अंदर। ਤੇ ਹੁਣ ਸੋਚੋ ਅਰਥ ਸਮਝਦੇ ਹਾਂ ਕਿ ਇਹ ਮਨ ਨੂੰ ਮੋਹ ਲੈਣ ਵਾਲੇ ਲਫ਼ਜ਼ ਕਿਹਦੇ ਵਾਸਤੇ ਇਸਤੇਮਾਲ ਕੀਤੇ ਗਏ ਹਨ। तो ਇਹ ਸਾਡੇ ਹੀ ਮਨ ਵਾਸਤੇ ਹਨ। ਰੇ ਮਨ ਮੂਸ ਬਿਲਾ ਮੈਂ ਗਰਬਤ, हे ਮਨ ਤੂੰ ਆਪਣੇ ਸਰੀਰ ਦਾ ਮਾਇਆ ਦਾ ਬਹੁਤ ਹੰਕਾਰ ਕਰਦਾ ਹੈ। ਜਿਵੇਂ ਚੂਹਾ ਖੁੱਡ ਦੇ ਵਿੱਚ ਰਹਿ ਕੇ ਬੜਾ ਹੰਕਾਰ ਕਰਦਾ ਹੈ। ਜਿੰਨਾ ਚਿਰ ਚੂਹਾ ਆਪਣੀ ਖੁੱਡ 'ਚ ਹੁੰਦਾ ਹੈ ਉਹ ਉਸਨੂੰ ਬੜਾ ਹੰਕਾਰ ਹੁੰਦਾ ਹੈ ਕਿ ਵੀ ਮੈਂ ਆਪਣੀ ਵਾਸਤੇ ਬੜੀ ਸੋਹਣੀ ਰਹਿਣ ਦੀ ਥਾਂ ਬਣਾਈ ਹੋਈ ਹੈ, ਇੱਥੇ ਮੈਨੂੰ ਮੇਰੀ ਮਾਂ ਵੱਲ ਵੀ ਕੋਈ ਤੱਕ ਨਹੀਂ ਸਕਦਾ, ਮੇਰਾ ਕੋਈ ਨੁਕਸਾਨ ਨਹੀਂ ਕਰ ਸਕਦਾ। ਉਹ ਇਸ ਗੱਲ ਦਾ ਹੀ ਹੰਕਾਰ ਕਰਦਾ ਹੈ। ਜਿਵੇਂ ਇਨਸਾਨ ਵੀ ਹੰਕਾਰ ਕਰਦਾ ਹੈ ਕਿ ਬਈ ਮੈਂ ਧਨ ਪਦਾਰਥ ਇਕੱਠੇ ਕੀਤੇ ਹਨ, ਮੈਂ ਜ਼ਮੀਨ ਜਾਇਦਾਦ ਬਣਾ ਲਈ ਹੈ, ਬੜਾ ਆਪਣੇ ਸਿਕਿਉਰਿਟੀ ਦਾ ਆਪਣੀ ਸੇਫਟੀ ਦਾ ਪੂਰਾ ਇੰਤਜ਼ਾਮ ਕਰ ਲਿਆ ਹੈ। ਮੈਂ ਨਿਰਾ ਆਪਣਾ ਹੀ ਨਹੀਂ ਆਪਣੇ ਬਾਲ ਬੱਚਿਆਂ ਦਾ, ਆਪਣੀਆਂ ਆਉਣ ਵਾਲੀਆਂ ਪੁਸ਼ਤਾਂ ਤੱਕ ਦਾ ਵੀ ਸਭ ਖਰਚਿਆਂ ਦਾ ਇੰਤਜ਼ਾਮ ਕਰਕੇ ਰੱਖ ਲਿਆ ਹੈ। ਮੈਂ ਇੰਨੀ ਸੇਵਿੰਗ ਕਰ ਲਈ ਹੈ, ਇੰਨਾ ਧਨ ਜੋੜ ਲਿਆ ਹੈ ਕਿ ਮੇਰੀਆਂ ਆਉਣ ਵਾਲੀਆਂ 7 ਪੁਸ਼ਤਾਂ ਵੀ ਜਿਹੜੀਆਂ ਹਨ ਉਹ ਸੌਖੇ ਜੀਵਨ ਬਿਤਾ ਸਕਦੀਆਂ ਹਨ। तो इस तरीके की भावना कई ਬੰਦਿਆਂ ਦੇ ਅੰਦਰ ਹੁੰਦੀ ਹੈ। तो इस ਗੱਲ ਦਾ ਬੜਾ ਹੰਕਾਰ ਹੁੰਦਾ ਹੈ। तो गुरु साहब ਉਹਦੀ ਤੁਲਨਾ ਕਰ ਰਹੇ ਹਨ ਕਿ ਜਿਵੇਂ ਚੂਹਾ ਆਪਣੀ ਖੁੱਡ 'ਚ ਬੈਠਾ ਹੰਕਾਰ ਕਰਦਾ ਹੈ, ਇਹ ਇਉਂ ਹੀ ਹੈ। तो ਰੇ ਮਨ ਮੂਸ ਬਿਲਾ ਮੈਂ ਗਰਬਤ, ਜਿਵੇਂ ਚੂਹਾ ਆਪਣੀ ਖੁੱਡ 'ਚ ਬੈਠਾ ਹੰਕਾਰ ਕਰਦਾ ਹੈ ਤਿਵੇਂ ਹੀ ਤੂੰ ਵੀ ਹੰਕਾਰ ਕਰਦਾ ਹੈ ਆਪਣੇ ਸੋਹਣੇ ਸਰੀਰ ਦਾ, ਆਪਣੇ ਧਨ ਪਦਾਰਥ ਦਾ, ਮਾਇਆ ਦੇ ਪਦਾਰਥਾਂ ਦਾ। ਇਹ ਕੰਮ ਤੂੰ ਕਰਦਾ ਹੈ ਕਰਤਬ ਕਰਤ, ਕੰਮ ਕਰਦਾ ਹੈ ਕਰਤਬ ਕੰਮ ਕਰਤ ਕਰਦਾ ਹੈ ਮਹਾਮੁਗਨਾ, ਬੜੇ ਵੱਡੇ ਮੂਰਖਾਂ ਵਾਲੇ। ਮੁਗਨਾ ਦਾ ਅਰਥ ਹੈ ਮੂਰਖ, ਵੱਡੇ ਮੂਰਖਾਂ ਵਾਲੇ ਕੰਮ ਕਰਦਾ ਹੈ। ਇਹ ਜੋ ਪਿਛਲੇ ਸਵਈਏ 'ਚ ਅਸੀਂ ਜੋ ਪੜ੍ਹ ਕੇ ਆਏ ਹਾਂ ਨਾ, ਉਹਦੇ ਕੰਟੈਕਸਟ 'ਚ ਅਸੀਂ ਅਗਰ ਜੇ ਵਿਚਾਰ ਕਰੀਏ ਤਾਂ ਇਹ ਗੱਲ ਜਸਟੀਫਾਈ ਹੋ ਹੀ ਜਾਂਦੀ ਹੈ ਕਿ ਸਾਰੀ ਜ਼ਿੰਦਗੀ ਅਸੀਂ ਜਦੋਂ ਮਾਇਆ ਦੇ ਵਿੱਚ ਹੀ ਖਚਤ ਰਹਿ ਕੇ ਮਾਇਆ ਦੇ ਪਦਾਰਥ ਇਕੱਠੇ ਕਰਨ ਵਾਸਤੇ ਹੀ ਸਾਰਾ ਸਮਾਂ ਬਿਤਾ ਦਿੰਦੇ ਹਾਂ, ਤਾਂ ਹੈ ਤਾਂ ਮੂਰਖਾਂ ਵਾਲੇ ਹੀ ਕੰਮ ਹਨ। तो इसलिए गुरु साहब सानू झंझोड़ रहे हैं कि तू करतब करत महामुगना, महा वड्डे मूर्खा वाले काम तू करदा है हे मन। फिर होर की करदा है कि संपत दोल झोल संग झूलत, अपने धन पदार्थ जायदाद दे ਜਿਹੜੇ ਸੁਖ ਆਰਾਮ ਦੇ ਸਾਧਨ ਹਨ ਉਹਨਾਂ ਦੇ ਝੂਲੇ ਲੈ ਕੇ ਜਿਵੇਂ ਪੀਂਘ ਦੇ ਵਿੱਚ ਝੂਲੇ ਝੂਲਦਾ ਹੈ, ਬੜਾ ਖੁਸ਼ ਹੁੰਦਾ ਹੈ, ਬੜਾ ਮਸਤ ਰਹਿੰਦਾ ਹੈ, ਮਾਇਆ ਦੇ ਵਿੱਚ ਹੀ ਮਸਤ ਹੋ ਜਾਂਦਾ ਹੈ ਕਿ ਬਈ ਮੇਰੀ ਤਾਂ ਬੜੀ ਸੁਖਮਈ ਬੜੀ ਐਸ਼ੋ ਆਰਾਮ ਦੀ ਜ਼ਿੰਦਗੀ ਬੀਤ ਰਹੀ ਹੈ। ਆਮ ਤੌਰ ਤੇ ਦੁਨੀਆ 'ਚ ਮਿਲੋ ਨਾ ਕਿਸੇ ਨੂੰ ਪੁੱਛੋ ਜੀ ਕੀ ਹਾਲ ਹੈ ਤਾਂ ਅੱਗੋਂ ਜਵਾਬ ਮਿਲਦਾ ਜੀ ਬੜੀ ਬਖਸ਼ਿਸ਼ ਹੈ ਜੀ, ਬੜਾ ਸੁਖੀ ਜੀਵਨ ਹੈ, ਬਹੁਤ ਰੱਬ ਨੇ ਬਹੁਤ ਕੁਝ ਦਾਤਾਂ ਦਿੱਤੀਆਂ ਹੋਈਆਂ ਹਨ, ਧਨ ਪਦਾਰਥ ਬਹੁਤ ਹੈ, ਕੰਮਕਾਰ ਵਧੀਆ ਹੈ, ਬੱਚੇ ਹਨ ਉਹ ਵੀ ਬੜੇ ਚੰਗੇ ਸੌਖੇ ਜੀਵਨ ਬਤੀਤ ਕਰ ਰਹੇ ਹਨ, ਬੜੀ ਬਖਸ਼ਿਸ਼ ਹੈ। ਤਾਂ ਸਾਡਾ ਬਖਸ਼ਿਸ਼ ਦਾ ਨਾਪਤੰਡ ਕੀ ਹੁੰਦਾ ਹੈ ਕਿ ਧਨ ਪਦਾਰਥ ਬਹੁਤ ਹੈ, ਜ਼ਮੀਨ ਜਾਇਦਾਦ ਬਹੁਤ ਹੈ, ਬੈਂਕ ਬੈਲੈਂਸ ਬਹੁਤ ਹੈ, ਬੱਚੇ ਜਿਹੜੇ ਹਨ ਪਰਿਵਾਰ ਸਭ ਐਸ਼ ਕਰ ਰਹੇ ਹਨ, ਮਾਇਆ ਦੇ ਸੁੱਖ ਦੇ ਸਾਧਨ ਇਸਤੇਮਾਲ ਕਰ ਰਹੇ ਹਨ। ਇਹ ਸਭ ਸਾਡੇ ਵਾਸਤੇ ਮੇਜਰਿੰਗ ਰੋਡ ਹੈ ਕਿ ਸਾਡੇ ਤੇ ਬੜੀ ਬਖਸ਼ਿਸ਼ ਹੈ। ਪਰ ਗੁਰੂ ਸਾਹਿਬ ਕੀ ਕਹਿ ਰਹੇ ਹਨ, ਸੰਪਤ ਦੋਲ ਝੋਲ ਸੰਗ ਝੂਲਤ ਮਾਇਆ ਮਗਨ ਪ੍ਰਮਤ ਘੁਗਨਾ, ਕਿ ਤੂੰ ਮਾਇਆ ਵਿੱਚ ਮਸਤ ਹੋ ਕੇ ਇਵੇਂ ਭਟਕ ਰਿਹਾ ਹੈ ਜਿਵੇਂ ਉੱਲੂ ਭਟਕਦਾ ਹੈ। ਘੁਗਨਾ, ਘੁਗਨਾ ਘੁੱਗੂ ਤੋਂ ਬਣਿਆ ਲਫ਼ਜ਼, ਘੁਗਨਾ ਦਾ ਮਤਲਬ ਉੱਲੂ। ਜਿਵੇਂ ਉੱਲੂ ਦਿਨ ਵੇਲੇ ਉਹਨੂੰ ਕੱਖ ਨਜ਼ਰ ਨਹੀਂ ਆਉਂਦਾ ਤੇ ਉਹਨੂੰ ਜੇ ਚਾਨਣ ਦੇ ਵਿੱਚ ਕਿਧਰੇ ਉੱਡਣਾ ਪੈ ਜਾਵੇ, ਤੁਰਨਾ ਪੈ ਜਾਵੇ ਤਾਂ ਉਹ ਤੇ ਬਿਲਕੁਲ ਇਸ ਤਰ੍ਹਾਂ ਭਟਕੇਗਾ ਜਿਵੇਂ ਜਿਵੇਂ ਸਾਨੂੰ ਅੰਧੇਰੇ ਦੇ ਵਿੱਚ ਜਿਵੇਂ ਸਾਨੂੰ ਭਟਕਣਾ ਪੈਂਦਾ ਹੈ ਤੇ ਸਾਨੂੰ ਰਾਹ ਨਹੀਂ ਲੱਭਦਾ, ਉਵੇਂ ਹੀ ਉੱਲੂ ਨੂੰ ਦਿਨ ਵੇਲੇ ਕੁਝ ਨਜ਼ਰ ਨਹੀਂ ਆਉਂਦਾ। तो ਜਿਹੜੇ ਮਾਇਆ ਦੇ ਵਿੱਚ ਮਸਤ ਹੋਏ ਇਨਸਾਨ ਹਨ ਔਰ ਮਾਇਆ ਦੇ ਸੁੱਖਾਂ ਦੇ ਵਿੱਚ ਹੀ ਆਪਣਾ ਜੀਵਨ ਦਾ ਆਨੰਦ ਸਮਝ ਰਹੇ ਹਨ, ਗੁਰੂ ਸਾਹਿਬ ਨੇ ਉਹਨਾਂ ਦੀ ਤੁਲਨਾ ਕੀਤੀ ਹੈ ਕਿ ਜਿਵੇਂ ਉੱਲੂ ਭਟਕ ਰਿਹਾ ਹੈ ਚਾਨਣ ਦੇ ਅੰਦਰ, ਤਿਵੇਂ ਹੀ ਤੁਸੀਂ ਵੀ ਇਸ ਜੀਵਨ ਦੇ ਅੰਦਰ ਉੱਲੂ ਦੀ ਨਿਆਈ ਭਟਕ ਰਹੇ ਹੋ ਮਾਇਆ ਦੇ ਹੁਲਾਰਿਆਂ ਦੇ ਵਿੱਚ ਲੈ ਲੈ ਕੇ। ਫਿਰ ਉਸ ਤੋਂ ਬਾਅਦ ਕੀ ਫਰਮਾਉਂਦੇ ਹਨ, ਸੁਤ ਬਨਿਤਾ ਸਾਜਨ ਸੁਖ ਬੰਧਪ तास्यों मोह बढ़ियो सो कना। सुत बनिता साजन सुख बंधप तास्यों मोह बढ़ियो सो कना। सुत कहते हैं पुत्र नूं, बच्चियां नूं, बनिता का अर्थ है इस्त्री, साजन सज्जन मित्र, बंधप भी रिश्तेदार,
ਮੋਹ ਉਹਨਾਂ ਦੇ ਨਾਲ ਅਟੈਚਮੈਂਟ ਸਾਡੀ ਬਹੁਤ ਹੁੰਦੀ ਹੈ। ਵੱਡਿਓ ਮੈਨੇ ਵਧਿਆ, ਵੱਧ ਜਾਂਦਾ ਹੈ। ਸੋ ਘਨਾ, ਘਨਾ ਦਾ ਮਤਲਬ ਹੁੰਦਾ ਜ਼ਿਆਦਾ, ਬਹੁਤ ਜ਼ਿਆਦਾ। ਬੋਇਓ ਬੀਜ ਅਹੰ, ਅਹੰ ਦਾ ਮਤਲਬ ਹੰਕਾਰ, ਹਉਮੈ। ਇਨਸਾਨ ਇਹਨਾਂ ਸਾਰੀਆਂ ਦਾਤਾਂ ਨੂੰ ਵਰਤਦਿਆਂ ਹੋਇਆਂ ਆਪਣੇ ਅੰਦਰ ਹਉਮੈ ਦਾ ਬੀਜ ਲੈਂਦਾ ਹੈ ਕਿ ਬਈ ਇਹ ਸਭ ਕੁਝ ਤਾਂ ਮੈਂ ਹੀ ਇਕੱਠਾ ਕੀਤਾ ਹੈ, ਮੇਰੀ ਮਿਹਨਤ ਹੈ, ਮੇਰੀ ਸਿਆਣਪ ਹੈ। ਬੋਇਓ ਬੀਜ ਅਹੰ, ਇਹ ਆਪਣੇ ਅੰਦਰ ਇਨਸਾਨ ਹਉਮੈ ਦਾ ਬੀਜ ਲੈਂਦਾ ਹੈ ਕਿ ਬਈ ਇਹ ਸਭ ਮੈਂ ਆਪਣੀ ਸਿਆਣਪ ਨਾਲ, ਆਪਣੀ ਮਿਹਨਤ ਦੇ ਨਾਲ ਇਕੱਠਾ ਕੀਤਾ ਹੈ। ਇਸ ਹਉਮੈ ਦੇ ਬੀਜ ਵਿੱਚੋਂ ਪੈਦਾ ਕੀ ਹੁੰਦਾ ਹੈ? ਮਮ ਅੰਕੁਰ, ਮਮਤਾ ਦਾ ਅੰਕੁਰ ਪੈਦਾ ਹੋ ਜਾਂਦਾ ਹੈ। ਜ਼ਮੀਨ ਵਿੱਚ ਜਦੋਂ ਬੀਜ ਬੀਜਿਆ ਜਾਂਦਾ ਹੈ ਤੇ ਸਭ ਤੋਂ ਪਹਿਲੇ ਉਹਦੇ ਚੋਂ ਉਸ ਬੀਜ ਦੇ ਜੋ ਬੂਟਾ ਪੈਦਾ ਹੋਣਾ ਹੁੰਦਾ ਹੈ ਉਹਦਾ ਅੰਕੁਰ ਫੁੱਟਦਾ ਹੈ ਪਹਿਲਾਂ, ਤਾਂ ਉਹਦੇ ਸਿਰਫ ਛੋਟੀ ਛੋਟੀ ਕਰੂੰਬਲਾਂ ਪੱਤੀਆਂ ਨਿਕਲਦੀਆਂ ਹਨ। ਤੋ ਸਿਆਣੇ ਬੰਦੇ ਜਿਹੜੇ ਹਨ ਉਹ ਉਹਨਾਂ ਪੱਤੀਆਂ ਨੂੰ ਦੇਖ ਕੇ ਹੀ ਪਛਾਣ ਲੈਂਦੇ ਹਨ ਕਿ ਇਹ ਬੂਟਾ ਵੱਡਾ ਹੋ ਕੇ ਕਿਹੋ ਜਿਹਾ ਹੋਏਗਾ, ਇਹਨੂੰ ਕਿਹੜੇ ਫਲ ਲੱਗਣਗੇ, ਕਿਹੜੇ ਫੁੱਲ ਲੱਗਣਗੇ। ਤੋ ਬੀਜ ਦੇ ਅੰਕੁਰ ਤੋਂ ਹੀ ਉਹਦੀ ਪਛਾਣ ਹੋ ਜਾਂਦੀ ਹੈ। ਤੋ ਇਹ ਜੋ ਹੰਕਾਰ ਦਾ ਬੀਜ ਹੈ ਇਹਦੇ ਵਿੱਚੋਂ ਮਮਤਾ ਦਾ ਅੰਕੁਰ ਜਿਹੜਾ ਹੈ ਉਹ ਇਹਨੂੰ ਮਮਤਾ ਦਾ ਅੰਕੁਰ ਲੱਗਦਾ ਹੈ। ਬੋਇਓ ਬੀਜ ਅਹੰ ਮਮ ਅੰਕੁਰ ਬੀਤਤ ਔਦ, ਔਦ ਮੈਨੇ ਉਮਰ, ਅਵਧੀ, ਅਵਧੀ ਦਾ ਮਤਲਬ ਹੁੰਦਾ ਹੈ ਸਮਾਂ, ਉਮਰ ਦਾ ਸਮਾਂ ਜਿਹੜਾ ਹੈ। ਬੀਤਤ ਔਦ ਕਰਤ ਅਗਨਾ, ਅਗਨਾ, ਅਗਨਾ ਕਹਿੰਦੇ ਹਨ ਪਾਪਾਂ ਨੂੰ। ਤੋ ਇਹ ਹੰਕਾਰ ਦੇ ਬੀਜ ਦੇ ਵਿੱਚੋਂ ਜਿਹੜਾ ਮਮਤਾ ਦਾ, ਅਟੈਚਮੈਂਟ ਦਾ ਅੰਕੁਰ ਪੈਦਾ ਹੁੰਦਾ ਹੈ, ਉਹਦੇ ਵਿੱਚ ਫਸਿਆ ਹੋਇਆ ਇਨਸਾਨ ਆਪਣੀ ਜੀਵਨ ਦੀ ਅਵਧੀ ਬਿਤਾ ਦਿੰਦਾ ਹੈ ਤੇ ਪਾਪ ਦੇ ਕਰਮ ਕਰਦਾ ਰਹਿੰਦਾ ਹੈ। ਤੋ ਸੁਤ ਬਨਿਤਾ ਸਾਜਨ ਸੁਖ ਬੰਧਨ, ਬੱਚੇ, ਇਸਤਰੀ, ਸਾਕ ਸੰਬੰਧੀ, ਸੱਜਣ ਮਿੱਤਰ, ਇਹਨਾਂ ਦੇ ਹੀ ਰਿਲੇਸ਼ਨਸ ਦੇ ਵਿੱਚ ਜੋ ਸੁਖ ਮਾਣਦਾ ਹੈ ਇਨਸਾਨ ਅਤੇ ਉਹਨਾਂ ਦੇ ਨਾਲ ਉਹਦੀ ਅਟੈਚਮੈਂਟ, ਤਾਂ ਸਿਓ ਮੋਹ ਵੱਡਿਓ, ਉਹਨਾਂ ਦੇ ਨਾਲ ਉਹਦਾ ਮੋਹ, ਉਹਦੀ ਅਟੈਚਮੈਂਟ ਬਹੁਤ ਵੱਧ ਜਾਂਦੀ ਹੈ। ਸੋ ਘਨਾ, ਇਹਨੂੰ ਸੁਗਨਾ ਨਹੀਂ ਪੜਨਾ, ਸੋ ਵੱਖਰਾ ਤੇ ਘਨਾ ਵੱਖਰਾ ਹੈ। ਤਾਂ ਸਿਓ ਮੋਹ ਵੱਡਿਓ ਸੋ ਘਨਾ, ਉਹਦਾ ਮੋਹ ਜਿਹੜਾ ਹੈ ਇਹਨਾਂ ਦੇ ਨਾਲ ਘਨਾ ਵੱਧ ਜਾਂਦਾ ਹੈ, ਬਹੁਤ ਅਟੈਚਮੈਂਟ ਹੋ ਜਾਂਦੀ ਹੈ। ਘਰ ਪਰਿਵਾਰ ਦੇ ਨਾਲ, ਬੱਚਿਆਂ ਦੇ ਨਾਲ, ਇਸਤਰੀ ਦੇ ਨਾਲ, ਸਾਕ ਸੰਬੰਧੀਆਂ ਦੇ ਨਾਲ ਸਾਡੀ ਅਟੈਚਮੈਂਟ ਬਹੁਤ ਵੱਧ ਜਾਂਦੀ ਹੈ ਤੇ ਅਸੀਂ ਇਹਨਾਂ ਵਿੱਚੋਂ ਕੁਝ ਵੀ ਗਵਾਉਣਾ ਨਹੀਂ ਚਾਹੁੰਦੇ। ਤੇ ਜੇ ਕੋਈ ਸਮੇਂ ਦੇ ਨਾਲ ਇਹਨਾਂ ਵਿੱਚੋਂ ਕੋਈ ਵਿਛੜ ਜਾਂਦਾ ਹੈ ਤੇ ਅਸੀਂ ਫਿਰ ਬਹੁਤ ਜ਼ਿਆਦਾ ਕਲਹ ਕਲੇਸ਼ ਵਿੱਚ ਪੈ ਜਾਂਦੇ ਹਾਂ, ਦੁੱਖ ਮਹਿਸੂਸ ਕਰਦੇ ਹਾਂ। ਫਿਰ ਬੋਇਓ ਬੀਜ ਅਹੰ, ਆਪਣੇ ਅੰਦਰ ਹੰਕਾਰ ਦਾ ਬੀਜ ਬੋ ਕੇ ਤੇ ਉਹਦੇ ਅੰਦਰੋਂ ਅਟੈਚਮੈਂਟ ਦਾ, ਉਹਨਾਂ ਦੇ ਨਾਲ ਮੋਹ ਦਾ ਅੰਕੁਰ ਉਹਦੇ ਵਿੱਚੋਂ ਪੈਦਾ ਹੁੰਦਾ ਹੈ। ਤੇ ਇਵੇਂ ਹੀ ਇਨਸਾਨ ਦੀ ਸਾਰੀ ਜ਼ਿੰਦਗੀ ਜਿਹੜੀ ਹੈ ਪਾਪ ਕਰਮ ਕਰਦਿਆਂ ਹੋਇਆ ਬੀਤਦੀ ਹੈ, ਕਿਉਂਕਿ ਹੰਕਾਰ ਦੇ ਬਸ ਹੋਇਆ ਹੋਇਆ ਇਨਸਾਨ ਜ਼ਿਆਦਾ ਤੋਂ ਜ਼ਿਆਦਾ ਹੋਰ ਧਨ ਪਦਾਰਥ ਇਕੱਠੇ ਕਰਨਾ ਚਾਹੁੰਦਾ ਹੈ, ਜ਼ਿਆਦਾ ਤੋਂ ਜ਼ਿਆਦਾ ਐਸੈਟ ਕ੍ਰੀਏਟ ਕਰਨਾ ਚਾਹੁੰਦਾ ਹੈ। ਤੋ ਉਹਦੇ ਨਾਲ ਉਹਦੀ ਅਟੈਚਮੈਂਟ ਵਧੀ ਹੁੰਦੀ ਹੈ। ਇਸ ਕਰਕੇ ਉਹ ਕਹਿੰਦਾ ਜੋ ਮੇਰੇ ਕੋਲ ਆਇਆ ਹੈ ਉਹਨੂੰ ਕੋਈ ਹੋਰ ਲੈ ਨਾ ਜਾਏ, ਜੋ ਮੈਨੂੰ ਮਿਲਿਆ ਹੈ ਉਹ ਗਵਾਚੇ ਨਾ। ਤੇ ਉਸ ਨੂੰ ਪਕੜ ਚ ਆਪਣੀ, ਉਹਦੇ ਤੇ ਪਕੜ ਪੱਕੀ ਕਰਨ ਵਾਸਤੇ ਹਰ ਲੱਗਦਾ ਵਾ ਜੋ ਉਹਦਾ ਤਰੀਕਾ, ਜੋ ਵੀ ਉਹਨੂੰ ਸੁਝਦਾ ਹੈ ਉਹ ਕਰਦਾ ਹੈ। ਉਹ ਭਾਵੇਂ ਜਾਇਜ਼ ਤਰੀਕੇ ਹੋਣ ਚਾਹੇ ਨਾਜਾਇਜ਼ ਤਰੀਕੇ ਹੋਣ, ਤਾਂ ਉਹਦੇ ਵਿੱਚ ਉਹਨਾਂ ਨੂੰ ਆਪਣੇ ਕੋਲ ਸੰਭਾਲ ਕੇ ਰੱਖਣ ਵਾਸਤੇ ਇਨਸਾਨ ਪਾਪ ਕਰਮ ਕਰਨ ਤੋਂ ਵੀ ਪਿੱਛੇ ਨਹੀਂ ਹਟਦਾ। ਤੋ ਬੀਤਤ ਔਦ ਕਰਤ ਅਗਨਾ, ਅਗਨਾ ਦਾ ਅਰਥ ਹੈ ਪਾਪ। ਇਹ ਇਨਸਾਨੀ ਫਿਤਰਤ ਦਾ ਬਿਆਨ ਕਰਕੇ ਹੁਣ ਗੁਰੂ ਸਾਹਿਬ ਜਿਹੜਾ ਹੈ ਅਗਲੀ ਪੰਕਤੀ ਵਿੱਚ ਚੇਤਾਵਨੀ ਦਿੰਦੇ ਹਨ ਕਿ ਮਿਰਤ ਮੰਜਾਰ ਪਸਾਰ ਮੁਖ ਨਿਰਖਤ, ਪੁੰਚਤ ਭੁਗਤ ਭੂਖ ਭੁਖਣਾ। ਕਿ ਤੂੰ ਤਾਂ ਭੋਗਾਂ ਨੂੰ ਭੋਗ ਰਿਹਾ ਹੈ। ਪੁੰਚਤ ਦਾ ਅਰਥ ਹੁੰਦਾ ਹੈ ਭੋਗਣਾ, ਟੂ ਡਾਈਜੈਸਟ, ਟੂ ਉਹਨਾਂ ਨੂੰ ਖਾਣਾ ਮਾਨਣਾ, ਸੁਖ ਮਾਨਣਾ, ਉਹਨਾਂ ਨੂੰ ਯੂਜ਼ ਕਰਨਾ। ਭੁਗਤ, ਭੁਗਤ ਹੈ ਭੋਗ ਜਿਹੜੇ ਕਰਨ ਵਾਲੇ ਪਦਾਰਥ ਹਨ, ਜੋ ਜਿਨ੍ਹਾਂ ਚੀਜ਼ਾਂ ਨੂੰ ਤੂੰ ਇਸਤੇਮਾਲ ਕਰਨਾ ਹੈ, ਯੂਟਿਲਿਟੀਜ਼, ਜਾਂ ਜੋ ਚੀਜ਼ਾਂ ਸਾਡੇ ਵਰਤਨ ਵਰਤਾਨ ਦੀਆਂ ਹਨ। ਭੁਗਤ, ਪੁੰਚਤ, ਉਹਨਾਂ ਨੂੰ ਇਸਤੇਮਾਲ ਕਰਨਾ, ਉਹਨਾਂ ਦੇ ਸੁਖ ਮਾਨਣਾ, ਉਹਨਾਂ ਨੂੰ ਯੂਟਿਲਾਈਜ਼ ਕਰਨਾ। ਪਰ ਉਹਨਾਂ ਨੂੰ ਪੁੰਚਦਿਆਂ ਹੋਇਆਂ, ਉਹ ਭੋਗ ਭੋਗਦਿਆਂ ਹੋਇਆਂ ਵੀ ਤੂੰ ਭੁੱਖ ਦੇ ਅਧੀਨ, ਤ੍ਰਿਸ਼ਨਾ ਦੇ ਅਧੀਨ ਅਜੇ ਵੀ ਭੁੱਖਾ ਹੀ ਹੈ। ਭੂਖ ਭੁਖਣਾ, ਭੁੱਖ ਦੇ ਅਧੀਨ ਅਜੇ ਵੀ ਤੂੰ ਭੁੱਖਾ ਹੀ ਹੈ। ਭੁੱਖ ਦਾ ਅਰਥ ਹੈ ਤ੍ਰਿਸ਼ਨਾ, ਹੋਰ ਦੀ ਭੁੱਖ। ਭੁੱਖ ਕੀ ਹੁੰਦੀ ਹੈ? ਜਦੋਂ ਹੋਰ ਦੀ ਕਾਮਨਾ ਹੋਵੇ। ਜੇ ਮੈਂ ਹੁਣ ਰੋਟੀ ਖਾ ਰਿਹਾ ਹਾਂ
मैं एक फुलका खा लिया है ਤੇ ਜੇ ਮੇਰਾ ਮਨ ਤ੍ਰਿਪਤ ਹੋ ਜਾਵੇ, ਮੈਨੂੰ ਲੱਗੇ ਵੀ ਮੇਰੇ ਵਾਸਤੇ ਇੱਕ ਫੁਲਕਾ ਸਫੀਸ਼ੀਐਂਟ ਹੈ, ਤਾਂ ਮੈਂ ਰੱਜ ਗਿਆ ਤੇ ਮੈਂ ਹੁਣ ਕਹਾਂਗਾ ਵੀ ਮੈਨੂੰ ਹੋਰ ਨਹੀਂ ਚਾਹੀਦਾ। ਪਰ ਜੇ ਅਜੇ ਮੇਰੀ ਤ੍ਰਿਪਤੀ ਨਹੀਂ ਹੋਈ, ਮੈਨੂੰ ਅਜੇ ਵੀ ਇੱਛਾ ਹੋ ਰਹੀ ਹੈ ਕਿ ਮੈਂ ਹੋਰ ਖਾਣਾ ਹੈ, ਤੇ ਮੈਂ ਕਹਾਂਗਾ ਵੀ ਨਹੀਂ ਅਜੇ ਫੁਲਕਾ ਹੋਰ ਚਾਹੀਦਾ, ਮੈਨੂੰ ਸਬਜ਼ੀ ਹੋਰ ਚਾਹੀਦੀ ਹੈ, ਅਜੇ ਮੈਨੂੰ ਭੁੱਖ ਲੱਗੀ ਹੋਈ ਹੈ। ਤਾਂ ਭਾਵੇਂ ਮੈਂ ਰੋਟੀ ਥੋੜੀ ਜਿਹੀ ਖਾ ਵੀ ਬੈਠਾ ਹਾਂ, ਪਰ ਅਜੇ ਮੇਰੀ ਭੁੱਖ ਮਿਟੀ ਨਹੀਂ ਹੈ। ਤਾਂ ਰੋਟੀ ਖਾ ਕੇ ਵੀ ਅਜੇ ਮੈਂ ਭੁੱਖਾ ਹਾਂ। ਤੋ ਉਹੀ ਹਾਲ ਇਨਸਾਨ ਦੀ ਹੁੰਦੀ ਹੈ ਕਿ ਜਿੰਨੀ ਮਰਜ਼ੀ ਉਹਨੂੰ ਮਾਇਆ ਮਿਲ ਜਾਵੇ, ਜਿੰਨੇ ਮਰਜ਼ੀ ਧਨ ਪਦਾਰਥ, ਮਾਇਆ ਦੇ ਸੁਖ ਆਰਾਮ ਦੇ ਸਾਧਨ ਮਿਲ ਜਾਣ, ਉਹਦੀ ਭੁੱਖ ਖਤਮ ਨਹੀਂ ਹੁੰਦੀ। ਕਿਸੇ ਕੋਈ ਵਿਰਲਾ ਹੀ ਇਨਸਾਨ ਹੁੰਦਾ ਹੋਏਗਾ ਜਿਹੜਾ ਕਹਿੰਦਾ ਹੋਏਗਾ ਕਿ ਮੈਨੂੰ ਜੋ ਮਿਲ ਗਿਆ ਹੈ ਨਾ ਹੁਣ ਬਹੁਤ ਹੈ, ਮੈਨੂੰ ਹੋਰ ਨਹੀਂ ਚਾਹੀਦਾ। ਇਨਸਾਨ ਦੀ ਤਾਂ ਹਮੇਸ਼ਾ ਲਾਹੌਰ ਲਾਹੌਰ ਦੀ ਕਾਮਨਾ ਹੁੰਦੀ ਹੈ, ਲਿਆ ਹੋਰ ਲਿਆ ਹੋਰ। ਉਹ ਹਮੇਸ਼ਾ ਲਾਹੌਰ ਲਾਹੌਰ ਹੀ ਕਰਦਾ ਰਹਿੰਦਾ ਹੈ। ਤੋ ਪੁੰਚਤ ਭੁਗਤ ਭੂਖ ਭੁਖਣਾ, ਖਾਣ ਪਾਣ ਦੇ ਸੁਖ ਆਰਾਮ ਦੇ ਸਾਧਨ ਭੋਗਦਿਆਂ ਹੋਇਆਂ ਵੀ ਤ੍ਰਿਸ਼ਨਾ ਦੇ ਅਧੀਨ ਇਨਸਾਨ ਭੁੱਖਾ ਹੀ ਰਹਿੰਦਾ ਹੈ। ਪਰ ਇਹ ਗੱਲ ਉਹਨੂੰ ਭੁੱਲ ਜਾਂਦੀ ਹੈ ਕਿ ਮਿਰਤ ਮੰਜਾਰ ਪਸਾਰ ਮੁਖ ਨਿਰਖਤ। ਮਿਰਤ ਕਹਿੰਦੇ ਹਨ ਮੌਤ ਨੂੰ, ਮੰਜਾਰ ਕਹਿੰਦੇ ਹਨ ਬਿੱਲੇ ਨੂੰ। ਮੌਤ ਰੂਪੀ ਬਿੱਲਾ, ਪਸਾਰ ਮੁਖ, ਮੁਖ ਦਾ ਅਰਥ ਹੈ ਮੂੰਹ, ਪਸਾਰ ਮੈਨੇ ਅੱਡ ਕੇ, ਮੂੰਹ ਖੋਲ ਕੇ, ਤੇ ਨਿਰਖਤ ਦਾ ਮਤਲਬ ਹੈ ਦੇਖਣਾ। ਇਨਸਾਨ ਮਾਇਆ ਦੇ ਰਸ ਕਸ ਮਾਣਦਿਆਂ ਹੋਇਆਂ, ਮਾਇਆ ਦੇ ਸਵਾਦ ਮਾਣਦਿਆਂ ਹੋਇਆਂ, ਤ੍ਰਿਸ਼ਨਾ ਦੇ ਅਧੀਨ ਹੋਰ ਹੋਰ ਦੀ ਕਾਮਨਾ ਕਰਦਿਆਂ ਹੋਇਆਂ ਇਹ ਤਾਂ ਭੁੱਲ ਹੀ ਜਾਂਦਾ ਹੈ ਕਿ ਮੌਤ ਰੂਪੀ ਬਿੱਲਾ ਮੂੰਹ ਖੋਲ ਕੇ ਤੈਨੂੰ ਵੇਖ ਰਿਹਾ ਹੈ। ਤੇ ਵੇਖ ਰਿਹਾ, ਜਿਵੇਂ ਕੱਲ ਵੀ ਗੱਲ ਆਈ ਸੀ ਜੋਹਨ, ਤਾਂ ਮਤਲਬ ਹੁੰਦਾ ਤਾੜਨਾ। ਤੂੰ ਨਿਰਖਤ ਨਿਰਾ ਵੇਖ ਨਹੀਂ ਰਿਹਾ, ਤੈਨੂੰ ਤਾੜ ਵੀ ਰਿਹਾ ਹੈ, ਨਿਸ਼ਾਨਾ ਲਾ ਕੇ ਬੈਠਾ ਹੈ, ਕਦੋਂ ਮੌਕਾ ਮਿਲੇ ਤੇ ਮੈਂ ਤੈਨੂੰ ਖਾ ਜਾਵਾਂ। ਮਿਰਤ ਮੰਝਾਰ, ਮੌਤ ਰੂਪੀ ਬਿੱਲਾ, ਪਸਾਰ ਮੁਖ, ਮੂੰਹ ਖੋਲ ਕੇ ਨਿਰਖਤ ਦੇਖ ਰਿਹਾ ਹੈ ਤੈਨੂੰ, ਜੋ ਤੂੰ ਰੁੱਝਾ ਹੋਇਆ ਹੈ। ਪੁੰਚਤ ਭੁਗਤ ਭੂਖ ਭੁਖਣਾ, ਤ੍ਰਿਸ਼ਨਾ ਦੇ ਅਧੀਨ ਭੁੱਖਾ ਰਹਿ ਕੇ ਤੇ ਕੇਵਲ ਮਾਇਆ ਦੇ ਸਵਾਦਾਂ ਨੂੰ ਹੀ ਮਾਨ ਰਿਹਾ ਹੈ। ਤੋ ਇਸ ਲਈ ਸੁਚੇਤ ਹੋ, ਥੋੜਾ ਜਿਹਾ ਧਿਆਨ ਕਰ। ਸਿਮਰ ਗੋਪਾਲ ਦਇਆਲ ਸਤ ਸੰਗਤ, ਨਾਨਕ ਜਗ ਜਾਨਤ ਸੁਪਨਾ। ਜੇ ਤੂੰ ਸਤਸੰਗਤ ਕਰੇ, ਔਰ ਉਹ ਵੀ ਤਾਂ ਹੀ ਕਰੇਗਾ ਜੇ ਪ੍ਰਭੂ ਦੀ ਬਖਸ਼ਿਸ਼ ਹੋਏਗੀ। ਗੁਰੂ ਸਾਹਿਬ ਇੱਥੇ ਪ੍ਰੇਰਨਾ ਕਰਦੇ ਹਨ, ਹੇ ਮਨ ਸਿਮਰ ਗੋਪਾਲ ਦਇਆਲ ਸਤਸੰਗਤ। ਸਤਸੰਗਤ ਦੇ ਅੰਦਰ ਉਸ ਸ੍ਰਿਸ਼ਟੀ ਦੇ ਪਾਲਨਹਾਰ ਗੋਪਾਲ, ਦਇਆ ਦੇ ਮਾਲਕ ਦਇਆਲ ਨੂੰ ਸਿਮਰ, ਉਹਨੂੰ ਚੇਤੇ ਕਰ, ਸਤਸੰਗਤ ਵਿੱਚ ਜੁੜ ਕੇ ਤੇ ਇਸ ਗੱਲ ਨੂੰ ਰਿਅਲਾਈਜ਼ ਕਰ ਕਿ ਇਹ ਜਾਣ ਲੈ ਕਿ ਇਹ ਜਗਤ ਜਿਹੜਾ ਹੈ ਇੱਕ ਸੁਪਨੇ ਦੀ ਨਿਆਈ ਹੈ, ਇੱਕ ਬੜਾ ਸੁਹਾਵਣਾ ਜਿਹਾ ਸੁਪਨਾ ਹੈ, ਪਲੇਜ਼ੈਂਟ ਡ੍ਰੀਮ ਹੈ, ਪਰ ਇਸ ਸੁਪਨੇ ਚੋਂ ਬਾਹਰ ਨਿਕਲਣਾ ਹੀ ਪਏਗਾ। ਇਨਸਾਨ ਨੂੰ ਇਹ ਭਰਮ ਹੈ ਕਿ ਇਹ ਜਗਤ ਹੀ ਜੋ ਹੈ ਨਾ ਇਹੀ ਮੇਰਾ ਘਰ ਹੈ, ਪਰ ਉਹ ਇਹ ਭੁੱਲ ਜਾਂਦਾ ਹੈ ਕਿ ਉਹਦਾ ਅਸਲ ਘਰ ਜਿਹੜਾ ਹੈ ਉਹ ਤਾਂ ਪਰਮਾਤਮਾ ਦੀ ਗੋਦ ਵਿੱਚ ਹੈ। ਉਹ ਤੇ ਪਰਮਾਤਮਾ ਨਾਲ ਭੇਦ ਹੋਣਾ ਜਿਹੜਾ ਹੈ ਉਹਦਾ ਅਸਲ ਘਰ ਹੈ। ਪਰ ਇਨਸਾਨ ਆਇਆ ਇੱਥੇ ਟੈਂਪਰੇਰੀ ਹੈ, ਉਹਨੂੰ ਭੇਜਿਆ ਇਸ ਕਰਕੇ ਗਿਆ ਸੀਗਾ ਕਿ ਇਸ ਮਨੁੱਖਾ ਜਨਮ ਦੇ ਅੰਦਰ ਜੋ ਤੈਨੂੰ ਦਾਤਾਂ ਮਿਲੀਆਂ ਹਨ, ਜੋ ਵਿਵੇਕ ਬੁੱਧੀ ਮਿਲੀ ਹੈ, ਜੋ ਫੈਕਲਟੀਜ਼ ਮਿਲੀਆਂ ਹਨ, ਉਹਨਾਂ ਦਾ ਇਸਤੇਮਾਲ ਕਰਕੇ ਪ੍ਰਭੂ ਪਰਮਾਤਮਾ ਦੀ ਬੰਦਗੀ ਵਿੱਚ ਜੁੜ ਕੇ ਪਰਮਾਤਮਾ ਵਾਲੇ ਗੁਣ ਧਾਰਨ ਕਰਕੇ ਪਰਮਾਤਮਾ ਦੇ ਨਾਲ ਅਭੇਦ ਹੋ ਜਾ। ਇਹ ਮੌਕਾ ਮਿਲਿਆ ਸੀ। ਉਹਦੇ ਵਾਸਤੇ ਗੁਰੂ ਦੀ ਸੇਧ, ਗੁਰੂ ਦੀ ਸਿੱਖਿਆ ਵੀ ਪਰਮਾਤਮਾ ਨੇ ਬਖਸ਼ਿਸ਼ ਕੀਤੀ, ਸਤਸੰਗਤ ਵਰਗੀ ਦਾਤ ਬਖਸ਼ਿਸ਼ ਕੀਤੀ, ਤਾਂ ਕਿ ਸਤਸੰਗਤ ਵਿੱਚ ਜੁੜ ਕੇ ਗੁਰੂ ਦੀ ਸਿੱਖਿਆ ਨੂੰ ਧਾਰਨ ਕਰਕੇ ਪਰਮਾਤਮਾ ਦੀ ਯਾਦ ਵਿੱਚ ਜੁੜ ਕੇ ਇਸ ਮਾਇਆ ਦੇ ਭਰਮ ਜਾਲ ਤੋਂ ਉੱਚਾ ਉੱਠ ਜਾ। ਇਹ ਮੌਕਾ ਮਿਲਿਆ ਸੀ ਮਨੁੱਖਾ ਜਨਮ ਦਾ। ਪਰ ਉਸ ਸਭ ਕੁਝ ਨੂੰ ਭੁੱਲ ਕੇ ਇਨਸਾਨ ਇਸੇ ਸੁਪਨੇ ਦੇ ਅੰਦਰ ਹੀ, ਇਸੇ ਨੂੰ ਹੀ ਸੱਚ ਸਮਝ ਕੇ ਉਹਦੇ ਅੰਦਰ ਹੀ ਆਪਣੇ ਆਪ ਨਾਲ ਸਮਾਂ ਜਿਹੜਾ ਹੈ ਉਹ ਗਵਾਈ ਜਾ ਰਿਹਾ ਹੈ। ਕਿ ਉਹਨੂੰ ਗੁਰੂ ਸਾਹਿਬ ਜਿਹੜਾ ਹੈ ਇਸ ਸਵਈਏ ਦੇ ਅੰਦਰ ਝੰਜੋੜ ਰਹੇ ਹਨ, ਚੇਤਾਵਨੀ ਦੇ ਰਹੇ ਹਨ ਕਿ ਸਿਮਰ ਗੋਪਾਲ ਦਇਆਲ ਸਤਸੰਗਤ। ਸਤਸੰਗਤ ਦੇ ਵਿੱਚ ਜੁੜ ਕੇ ਉਸ ਗੋਪਾਲ ਸ੍ਰਿਸ਼ਟੀ ਦਾ ਪਾਲਨਹਾਰ, ਦਇਆਲ ਦਇਆ ਦਾ ਘਰ ਪਰਮਾਤਮਾ ਨੂੰ ਸਿਮਰ। ਇਸ ਜਗਤ ਨੂੰ ਸੁਪਨਾ ਜਾਣ ਕੇ ਇਹਨੂੰ ਸਮਝ ਲੈ ਕਿ ਇਹ ਜਗ ਜਾਨ ਜਿਹੜਾ ਹੈ, ਇਹ ਜਗ ਜਿਹੜਾ ਹੈ ਜਿੱਥੇ ਤੂੰ ਖਚਤ ਹੋਇਆ ਪਿਆ ਹੈ ਮਾਇਆ ਦੇ ਅੰਦਰ, ਇਹ ਕੇਵਲ ਸੁਪਨੇ ਦੀ ਨਿਆਈ ਹੈ, ਇਹ ਤੇਰਾ ਅਸਲ ਘਰ ਨਹੀਂ ਹੈ। ਇੱਥੋਂ ਤੂੰ ਸੁਪਨੇ ਚੋਂ ਬਾਹਰ ਨਿਕਲ ਕੇ ਅਸਲੀਅਤ ਦੀ ਪਛਾਣ ਕਰਨੀ ਹੈ,
ਤਾਂ ਆਪਣੇ ਅਸਲ ਜੀਵਨ ਮਨੋਰਥ ਨੂੰ ਪਛਾਣਨਾ ਹੈ, ਉਹ ਜੋ ਹੈ ਪਰਮਾਤਮਾ ਦੇ ਨਾਲ ਅਭੇਦ ਹੋ ਜਾਣਾ। ਤੋ ਅੱਜ ਦੇ ਇਹਨਾਂ ਦੋਨਾਂ ਸਵਈਆਂ ਦੇ ਅੰਦਰ ਗੁਰੂ ਸਾਹਿਬ ਨੇ ਮਨੁੱਖੀ ਮਨ ਦੀ ਜੋ ਅਵਸਥਾ ਹੈ ਮਾਇਆ ਦੇ ਸਵਾਦਾਂ ਦੇ ਵਿੱਚ ਖਚਤ ਰਹਿਣ ਦੀ, ਉਹਨਾਂ ਦਾ ਵਰਣਨ ਕੀਤਾ ਹੈ। ਜੋ ਇਨਸਾਨ ਦਾ ਜੋ ਅਸਲ ਮੂਲ ਹੈ, ਜਿੱਥੋਂ ਪੈਦਾ ਹੋ ਕੇ ਤੇ ਫਿਰ ਉਹ ਆਪਣੇ ਸਾਕ ਸੰਬੰਧੀਆਂ, ਰਿਸ਼ਤੇਦਾਰਾਂ, ਮਾਤਾ ਪਿਤਾ ਦੇ ਨਾਲ, ਧਨ ਪਦਾਰਥ ਦੇ ਨਾਲ ਅਟੈਚ ਹੋ ਜਾਂਦਾ ਹੈ, ਉਹਨਾਂ ਨੂੰ ਹੀ ਸੱਚ ਸਮਝ ਬੈਠਦਾ ਹੈ। ਉਹੀ ਭਰਮ ਪਾਲਦਾ ਹੈ ਕਿ ਵੀ ਇਹ ਮੇਰੇ ਵਾਸਤੇ ਸਭ ਕੁਝ ਹੈ। ਉਸ ਭਰਮ ਭੁਲੇਖੇ ਵਿੱਚੋਂ ਕੱਢਣ ਦਾ ਤੇ ਆਪਣੀ ਅਸਲੀਅਤ ਨੂੰ ਪਛਾਣ ਕੇ ਆਪਣੇ ਜੀਵਨ ਦਾ ਅਸਲ ਮਨੋਰਥ ਨੂੰ ਸਮਝ ਕੇ ਤੇ ਸਤਸੰਗਤ ਦੇ ਵਿੱਚ ਜੁੜ ਕੇ ਗੁਰੂ ਦੀ ਗਾਈਡੈਂਸ ਦੇ ਅਧੀਨ ਗੁਰੂ ਦੀ ਸਿੱਖਿਆ ਨੂੰ ਅਪਣਾ ਕੇ ਪਰਮਾਤਮਾ ਦੀ ਬੰਦਗੀ ਵਿੱਚ ਜੁੜਨ ਦੀ ਸਾਨੂੰ ਪ੍ਰੇਰਨਾ ਕੀਤੀ ਹੈ। ਤੋ ਇਤਨੀਆਂ ਹੀ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਹੋਈਆਂ ਭੁੱਲਾਂ ਦੀ ਖਿਮਾ। ਜੇ ਅੱਜ ਦੇ ਵਿਚਾਰ ਨਾਲ ਸੰਬੰਧਿਤ ਆਪ ਜੀ ਦਾ ਕੋਈ ਸਵਾਲ ਹੋਵੇ, ਕੋਈ ਕਮੈਂਟ ਹੋਵੇ ਤਾਂ ਆਪ ਜੀ ਆਪਣੇ ਆਪ ਨੂੰ ਅਨਮਿਊਟ ਕਰਕੇ